ਕੱਲੇ ਕੈਨੇਡਾ ਦੀ ਗੱਲ ਕਰੀਏ ਤਾਂ 4 ਦੇ ਵਿੱਚੋਂ 1 ਮਰੀਜ਼ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਪੀੜਤ ਹੈ। ਜਿਹੜੀਆਂ ਸਾਰੀਆਂ ਤਕਲੀਫਾਂ ਨੇ ਇਹ ਕੰਬੀਨੇਸ਼ਨ 'ਚ ਹੁੰਦੀਆਂ ਨੇ, ਇਕੱਲੀ ਤੇ ਕਈ ਵਾਰੀ ਆਉਂਦੀ ਨਹੀਂ। ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਇਕੱਲਾ ਬਲੱਡ ਪ੍ਰੈਸ਼ਰ ਹੀ ਹੋ ਸਕਦਾ, ਨਾਲ ਡਾਇਬਟੀਜ਼ ਦੀ ਹੋਏ, ਕਿਡਨੀ ਦੇ ਇਸ਼ੂਜ਼ ਹੋਣ। ਜਦੋਂ ਹਾਰਟ ਬੀਟ ਕਰਦਾ ਉਹਨੂੰ ਆਪਾਂ ਕਹਿੰਦੇ ਹਾਂ ਸਿਸਟੋਲਿਕ ਬਲੱਡ ਪ੍ਰੈਸ਼ਰ, ਤੇ ਜਦੋਂ ਹਾਰਟ ਰੈਸਟ ਕਰਦਾ ਜਿਹੜਾ ਉਸ ਟਾਈਮ ਦੇ ਵਿੱਚ ਬਲੱਡ ਪ੍ਰੈਸ਼ਰ ਜਿਹੜਾ ਡਾਊਨ ਹੁੰਦਾ ਉਹਨੂੰ ਕਹਿੰਦੇ ਆ ਡਾਇਸਟੋਲਿਕ। ਜਿੱਥੇ ਵੀ ਤੁਸੀਂ ਮੇਜਰ ਕਰਦੇ ਕਈ ਵਾਰੀ ਤੁਹਾਨੂੰ ਪਹਿਲੀ ਵਾਰੀ ਤੁਹਾਨੂੰ ਪਤਾ ਲੱਗਦਾ ਵੀ ਤੁਹਾਨੂੰ ਬਲੱਡ ਪ੍ਰੈਸ਼ਰ ਵੀ ਹੈਗਾ। ਕਿ ਜਦੋਂ ਤੁਹਾਡਾ ਕਈ ਵਾਰੀ ਹਾਈ ਬਲੱਡ ਪ੍ਰੈਸ਼ਰ ਇੱਕ ਵਾਰੀ ਸ਼ੋ ਕਰਤਾ ਤੇ ਉਸ ਤੋਂ ਬਾਅਦ ਟੈਂਪਰੇਰੀਲੀ ਹੋਵੇ ਤੇ ਉਸ ਤੋਂ ਬਾਅਦ ਤੁਹਾਡਾ ਨਾਰਮਲ ਵੀ ਆ ਜੇ, ਮੇਬੀ ਤੁਸੀਂ ਐਕਸਰਸਾਈਜ਼ ਕਰਕੇ ਗਏ ਹੋਵੋ ਜਾਂ ਤੁਹਾਨੂੰ ਘਬਰਾਹਟ ਹੁੰਦੀ ਹੋਵੇ। ਵੈਰੀ ਰੇਅਰਲੀ ਹੁੰਦਾ ਤੁਹਾਨੂੰ ਹੈਡੇਕ ਜਾਂ ਡਿਜ਼ੀਨੈਸ ਜਾਂ ਵੀਕਨੈਸ, ਜਾਂ ਕੋਈ ਉਹ ਉਦੋਂ ਹੁੰਦੀ ਹੈ ਜਦੋਂ ਆਲਰੇਡੀ ਬਲੱਡ ਪ੍ਰੈਸ਼ਰ ਲੰਬੇ ਸਮੇਂ ਵਾਸਤੇ ਰਹਿ ਚੁੱਕਾ ਤੇ ਉਹ ਤੁਹਾਡੇ ਬਾਡੀ ਦੇ ਆਰਗਨ ਤੇ ਉਹਦਾ ਇੰਪੈਕਟ ਹੋ ਰਿਹਾ। ਸਿੰਪਲ ਕਰ ਲਓ ਨੋਟ, ਇੱਕ ਨਾ ਇੱਕ ਤੁਹਾਡਾ ਆਰਗਨ ਦੇ ਵਿੱਚ ਪ੍ਰੋਬਲਮ ਆਉਣੀ ਹੈ, ਤੇ ਖਾਸ ਕਰਕੇ ਉਦੋਂ ਆਉਂਦੀ ਹੈ ਜਦੋਂ ਤੁਸੀਂ ਨਹੀਂ ਟ੍ਰੀਟਮੈਂਟ ਲੈ ਰਹੇ। ਕਿਸੇ ਨੂੰ ਬਲੱਡ ਪ੍ਰੈਸ਼ਰ ਹੈਗਾ, ਹਾਈ ਬਲੱਡ ਪ੍ਰੈਸ਼ਰ ਹੈ, ਲਗਾਤਾਰ ਮੋਨੀਟਰ ਵੀ ਕਰਦੇ ਹੈਗੇ ਆ, ਡਾਈਟ ਦਾ ਵੀ ਪੂਰਾ ਧਿਆਨ ਰੱਖਦੇ ਹੈਗੇ, ਕੀ ਇਹ ਕਿਉਰ ਹੋ ਸਕਦਾ? ਜਿਹੜੀਆਂ ਗੱਲਾਂ ਨੇ ਨਾ ਕਿ ਕਿਉਰ ਜਾਂ ਇਹਨੂੰ ਆਪਾਂ ਇਹਦਾ ਜੀ ਇੱਕ ਕਿਸਮ ਜਾ ਸਕਦੀ ਹੈ, ਉਹ ਗੱਲ ਨਹੀਂ ਹੈਗੀ ਟਰੂ। ਉਹ ਗੱਲਾਂ ਬਾਤਾਂ ਬਣੀਆਂ ਨੇ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਹੈਲਥ ਸ਼ੋਅ ਦੇ ਵਿੱਚ ਸਵਾਗਤ ਹੈ। ਤੇ ਇਸ ਸ਼ੋਅ ਦੇ ਵਿੱਚ ਅਸੀਂ ਵੱਖ-ਵੱਖ ਬਿਮਾਰੀਆਂ, ਵੱਖ-ਵੱਖ ਡਿਸੀਜ਼ਸ ਦੇ ਬਾਰੇ ਗੱਲ ਕਰਦੇ ਰਹਿੰਦੇ ਹਾਂ। ਅਸੀਂ ਪਿਛਲੇ 2-2.5 ਸਾਲ ਤੋਂ ਕੋਵਿਡ ਦੀ ਲਗਾਤਾਰ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਹੁਣ ਉਸ ਤੋਂ ਬਾਅਦ ਪਿਛਲੇ ਐਪੀਸੋਡਸ ਦੇ ਵਿੱਚ ਅਸੀਂ ਸ਼ੂਗਰ ਦੇ ਬਾਰੇ ਗੱਲ ਕੀਤੀ ਹੈ। ਉਸ ਤੋਂ ਬਾਅਦ ਹੁਣ ਲਗਾਤਾਰ ਅਸੀਂ ਵੱਖ-ਵੱਖ ਬਿਮਾਰੀਆਂ ਤੇ ਗੱਲਬਾਤ ਕਰਾਂਗੇ। ਪਰ ਤੁਹਾਨੂੰ ਇੱਥੇ ਦੱਸ ਦਈਏ ਕਿ ਇਹ ਸ਼ੋਅ ਸਿਰਫ ਤੇ ਸਿਰਫ ਤੁਹਾਨੂੰ ਬੇਸਿਕ ਇਨਫੋਰਮੇਸ਼ਨ ਪਹੁੰਚਾਉਣ ਦੇ ਲਈ ਹੈ, ਤਾਂ ਕਿ ਤੁਹਾਨੂੰ ਆਈਡੀਆ ਹੋ ਜਾਵੇ। ਜੇ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਕੋਈ ਲੱਛਣ ਦਿਸਦੇ ਆ ਕਿਸੇ ਬਿਮਾਰੀ ਦੇ, ਤਾਂ ਤੁਸੀਂ ਝਟ ਦੇ ਨੇ ਜਿਹੜੇ ਪਛਾਣ ਲਓ ਕਿ ਇਹ ਬਿਮਾਰੀ ਹੋ ਸਕਦੀ ਹੈ, ਤੇ ਡਾਕਟਰ ਨੂੰ ਇਨਫੋਰਮ ਕਰ ਸਕੋ, ਡਾਕਟਰ ਦੇ ਨਾਲ ਗੱਲਬਾਤ ਕਰ ਸਕੋ, ਸਹੀ ਡਾਕਟਰ ਤੱਕ ਪਹੁੰਚ ਕਰ ਸਕੋ। ਇਸ ਦਾ ਮਕਸਦ ਤੁਹਾਨੂੰ ਡਾਕਟਰ ਬਣਾਉਣਾ ਨਹੀਂ, ਪਰ ਡਾਕਟਰ ਤੱਕ ਪਹੁੰਚ ਨੂੰ ਸਾਕਾਰ ਕਰਨਾ ਹੈ, ਕਿ ਤੁਸੀਂ ਪਹੁੰਚ ਜਿਹੜੀ ਕਰ ਸਕੋ ਕਿ ਇਹ ਲੱਛਣ ਲੱਗ ਰਹੇ ਨੇ, ਇਹ ਬਿਮਾਰੀ ਲੱਗ ਰਹੀ ਹੈ, ਤੇ ਡਾਕਟਰ ਉਸ ਦਾ ਹੱਲ ਕਰ ਸਕਦਾ ਹੈ। ਅੱਜ ਦੇ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਹਾਈਪਰਟੈਂਸ਼ਨ ਯਾਨੀ ਕਿ ਹਾਈ ਬਲੱਡ ਪ੍ਰੈਸ਼ਰ ਦੇ ਬਾਰੇ। ਕੈਨੇਡਾ ਦੀ ਗੱਲ ਕਰੀਏ ਤਾਂ 4 ਦੇ ਵਿੱਚੋਂ 1 ਮਰੀਜ਼ ਹਾਈ ਬਲੱਡ ਪ੍ਰੈਸ਼ਰ ਦੇ ਨਾਲ ਪੀੜਤ ਹੈ। ਹਾਈ ਬਲੱਡ ਪ੍ਰੈਸ਼ਰ ਅਜਿਹਾ ਬਲੱਡ ਪ੍ਰੈਸ਼ਰ ਜੋ ਹਾਰਟ ਡਿਸੀਜ਼ ਤੱਕ ਵੀ ਤੁਹਾਨੂੰ ਲਿਜਾ ਸਕਦਾ ਹੈ। ਕਿਹੜੇ ਖਤਰੇ ਹੋ ਸਕਦੇ ਆ, ਸਿੰਪਟਮਸ ਕੀ ਹੋ ਸਕਦੇ ਨੇ, ਕਿਸ ਤਰ੍ਹਾਂ ਦੇ ਨਾਲ ਠੀਕ ਕੀਤਾ ਜਾ ਸਕਦਾ ਹੈ, ਕੀ ਇਹ ਕਿਉਰੇਬਲ ਹੈ ਜਾਂ ਨਹੀਂ, ਇਸ ਸਭ ਦੇ ਬਾਰੇ ਗੱਲਬਾਤ ਕਰਾਂਗੇ। ਤੇ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਨੇ ਡਾਕਟਰ ਗੁਲਜ਼ਾਰ ਚੀਮਾ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਚੀਮਾ, ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ, ਐਂਡ ਸਾਰਿਆਂ ਨੂੰ ਗੁੱਡ ਡੇ ਐਂਡ ਸਤਿ ਸ਼੍ਰੀ ਅਕਾਲ। ਜਿੱਥੇ ਵੀ ਪ੍ਰੋਗਰਾਮ ਵੇਖਦੇ ਪਏ ਨੇ, ਪਤਾ ਨਹੀਂ ਉੱਥੇ ਦਿਨ ਹੈ ਕਿ ਰਾਤ ਹੈ ਕਿ, ਸੋ ਮੈਂ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਜਿੰਨੇ ਵੀ ਅਸੀਂ ਪ੍ਰੋਗਰਾਮ ਕਰਨੇ ਪਏ ਹਾਂ ਉਹਦਾ ਇੱਕੋ ਮਕਸਦ ਹੈ ਕਿ ਸਰਲ ਭਾਸ਼ਾ ਵਿੱਚ ਤੁਹਾਡੇ ਤੱਕ ਇਨਫੋਰਮੇਸ਼ਨ ਪਹੁੰਚਾਈਏ। ਪਰ ਇਹ ਜਿਹੜੀ ਇਨਫੋਰਮੇਸ਼ਨ ਹੈ, ਤੁਹਾਡਾ ਕੋਈ ਫੈਮਿਲੀ ਡਾਕਟਰ ਦਾ ਸਬਸਟੀਚਿਊਟ ਨਹੀਂ ਹੈਗਾ, ਜਾਂ ਤੁਹਾਡੇ ਕੋਈ ਸਪੈਸ਼ਲਿਸਟ ਦਾ। ਤੁਹਾਡੇ ਕੋਲ ਇਨਫੋਰਮੇਸ਼ਨ ਚਾਹੀਦੀ ਹੈ, ਇਨਫੋਰਮੇਸ਼ਨ ਹੀ ਪਾਵਰ ਹੈ। ਜੇ ਤੁਹਾਡੇ ਕੋਲ ਨੌਲੇਜ ਹੈਗਾ, ਤੁਸੀਂ ਚੰਗੇ ਸਵਾਲ ਕਰ ਸਕਦੇ ਹੋ ਆਪਣੇ ਡਾਕਟਰ ਨਾਲ, ਉਹ ਜਿਹੜੇ ਫਾਰਮਾਸਿਸਟ ਨਾਲ ਗੱਲ ਕਰ ਸਕਦੇ ਹੋ। ਜਦੋਂ ਹਸਪੀਟਲ ਜਾਣਾ ਤੁਹਾਡੇ ਕੋਲ ਇਨਫੋਰਮੇਸ਼ਨ ਹੋਣੀ ਚਾਹੀਦੀ ਸਾਰੀ। ਸੋ ਜਿਹੜਾ ਸਾਰੇ ਮੇਰੇ ਪ੍ਰੋਗਰਾਮ ਦਾ ਹਮੇਸ਼ਾ ਇਹ ਮਕਸਦ ਹੈ ਕਿ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਜਿੰਨੀ ਕੁ ਤੁਹਾਨੂੰ ਚਾਹੀਦੀ ਹੈ, ਕਿਉਂਕਿ ਬਹੁਤੀ ਇਨਫੋਰਮੇਸ਼ਨ ਦੇ ਕੇ ਬਹੁਤੀਆਂ ਟੈਕਨੀਕਲ ਗੱਲਾਂ ਤੁਹਾਨੂੰ ਦੱਸ ਕੇ ਫਿਰ ਪ੍ਰੋਬਲਮ ਹੋ ਜਾਂਦੀ ਬਹੁਤ ਜ਼ਿਆਦਾ। ਸੋ ਜਿਹੜਾ ਹਾਈ ਬਲੱਡ ਪ੍ਰੈਸ਼ਰ ਹੈ, ਇਹਦਾ ਆਪਾਂ ਨੇ ਪਹਿਲਾਂ ਡਾਇਬਟੀਜ਼ ਦੀ ਗੱਲ ਕੀਤੀ, ਉਸ ਤੋਂ ਪਹਿਲਾਂ ਆਪਾਂ ਸਟ੍ਰੋਕ ਦੇ ਬੜੇ ਪ੍ਰੋਗਰਾਮ ਕੀਤੇ, ਉਸ ਤੋਂ ਪਹਿਲਾਂ ਆਪਾਂ ਜਨਰਲੀ ਡਿਪਰੈਸ਼ਨ ਦੀ ਜਾਂ ਡਿਮੈਂਸ਼ੀਆ ਦੀ ਜਾਂ ਕਈ ਗੱਲਾਂ ਕੀਤੀਆਂ ਸਾਰੀਆਂ ਇਕੱਠੀਆਂ, ਜਿਹੜੀਆਂ ਕਿ ਮੈਂ ਸਮਝਦਾ ਕਿ ਸਾਡੇ ਵਾਸਤੇ ਇੰਪੋਰਟੈਂਟ ਨੇ, ਸਾਡੇ ਭਾਈਚਾਰੇ ਵਾਸਤੇ ਇੰਪੋਰਟੈਂਟ ਨੇ। ਦੁਨੀਆ ਦੇ ਵਿੱਚ ਡੈਮੋਗ੍ਰਾਫਿਕਸ ਬਦਲਦੇ ਪਏ ਨੇ। ਦੇਖੋ ਕੈਨੇਡਾ ਦੀ ਜਿਹੜੀ ਪਾਪੂਲੇਸ਼ਨ ਹੈ ਉਹ ਜ਼ਿਆਦਾ ਏਜ ਵੱਧਦੀ ਪਈ ਹੈ। ਹੋਰ ਜਿਹੜਾ ਕੁਛ ਮੇਰੇ ਖਿਆਲ 10-12 ਸਾਲਾਂ ਦੇ ਵਿੱਚ 85 ਸਾਲ ਤੋਂ ਉਮਰ ਵਾਲੇ ਲੋਕ ਬੜੇ ਵੱਧ ਜਾਣੇ। ਸੋ ਜਿਹੜੀਆਂ ਸਾਰੀਆਂ ਤਕਲੀਫਾਂ ਨੇ ਇਹ ਕੰਬੀਨੇਸ਼ਨ 'ਚ ਹੁੰਦੀਆਂ ਨੇ, ਇਕੱਲੀ ਤੇ ਕਈ ਵਾਰੀ ਆਉਂਦੀ ਨਹੀਂ। ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਇਕੱਲਾ ਬਲੱਡ ਪ੍ਰੈਸ਼ਰ ਹੀ ਹੋ ਸਕਦਾ, ਨਾਲ ਡਾਇਬਟੀਜ਼ ਦੀ ਹੋਏ, ਕਿਡਨੀ ਦੇ ਇਸ਼ੂਜ਼ ਹੋਣ। ਇਸ ਤੋਂ ਇਲਾਵਾ ਹੋ ਸਕਦਾ ਵੀ ਉਹਨਾਂ ਨੂੰ ਕੋਈ ਸਟ੍ਰੋਕ ਹੋ ਚੁੱਕਾ ਹੋਏ, ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਹੈ, ਹੋਰ ਵੀ ਬਾਡੀ ਵਿੱਚ ਕੋਈ ਜਨਰਲ ਡਿਬਿਲਿਟੀ ਹੈ, ਜਾਂ ਉਹਨਾਂ ਦੀ
ਜਿਹੜੀ ਹੈ ਨਾ ਭਾਰ ਜ਼ਿਆਦਾ ਜਾਂ ਮੈਟਾਬੋਲਿਕ ਸਿੰਡਰਮ। ਸੋ ਸਾਰੀਆਂ ਜਿਹੜੀਆਂ ਗੱਲਾਂ ਨੇ ਨਾ ਉਹ ਫਿਰ ਜਿੰਨੇ ਵੀ ਹੁਣ ਪ੍ਰੋਗਰਾਮ ਕਰਨੇ ਨੇ ਉਹਨਾਂ ਸਾਰੇ ਇਹ ਸਾਰੇ ਕਨੈਕਟਡ ਨੇ। ਸੋ ਹਾਈ ਬਲੱਡ ਪ੍ਰੈਸ਼ਰ ਦੀ ਮੈਂ ਗੱਲ ਕਰਨਾ ਵੀ ਗੱਲ ਕੀ ਹੈ, ਇਹ ਕੀ ਹੁੰਦਾ ਕੀ ਹੈ। ਨੈਚੁਰਲੀ ਦੇਖੋ ਸਾਡੀ ਬਾਡੀ ਵਿੱਚ ਸਾਡਾ ਦਿਲ ਹੈ, ਦਿਲ ਜਿਹੜਾ ਨਾ ਇਹ ਜਿਹੜੀਆਂ ਸਾਡੀਆਂ ਆਰਟਰੀਜ਼ ਨੇ ਜਿਹੜੀਆਂ ਸਾਡੀ ਬਾਡੀ ਦੇ ਵਿੱਚ ਕੰਪਲੈਕਸ ਸਿਸਟਮ ਹੈਗਾ ਜਿਹੜਾ ਕਿ ਸਾਰਾ ਜਿਹੜਾ ਬਲੱਡ ਫਲੋ ਹੈ ਸਾਡੇ ਦਿਲ ਤੋਂ ਇਹ ਜਾਂਦਾ ਆਰਟਰੀਜ਼ ਦੇ ਰਸਤੇ ਸਾਰੇ ਸਾਡੇ ਆਰਗਨ ਨੂੰ ਜਿਹੜੇ ਸਾਡੇ ਸਾਰੀ ਬਾਡੀ ਦੇ ਹਿੱਸੇ ਨੇ। ਕਿਸੇ ਵੀ ਕਾਰਨ ਕਰਕੇ ਜਦੋਂ ਜਿਹੜਾ ਪ੍ਰੈਸ਼ਰ ਹੈ ਜਦੋਂ ਸਾਡਾ ਹਾਰਟ ਬੀਟ ਕਰਦਾ ਜਿਹੜਾ ਆਪਾਂ ਪ੍ਰੈਸ਼ਰ ਮੇਜਰ ਕਰਨੇ ਆ ਮੈਨੇ ਆ ਉਸ ਟਾਈਮ ਦੇ ਵਿੱਚ ਜਦੋਂ ਹਾਰਟ ਬੀਟ ਕਰਦਾ ਉਹਨੂੰ ਆਪਾਂ ਕਹਿੰਦੇ ਆ ਸਿਸਟੋਲਿਕ ਬਲੱਡ ਪ੍ਰੈਸ਼ਰ। ਤੇ ਜਦੋਂ ਹਾਰਟ ਰੈਸਟ ਕਰਦਾ ਜਿਹੜਾ ਉਸ ਟਾਈਮ ਦੇ ਵਿੱਚ ਬਲੱਡ ਪ੍ਰੈਸ਼ਰ ਜਿਹੜਾ ਡਾਊਨ ਹੁੰਦਾ ਉਹਨੂੰ ਕਹਿੰਦੇ ਆ ਡਾਇਸਟੋਲਿਕ। ਪਹਿਲਾਂ ਤੇ ਟਰਮੀਨੋਲੋਜੀ ਬਹੁਤ ਇੰਪੋਰਟੈਂਟ ਹੈ ਵੀ ਐਕਚੁਅਲੀ ਹੈ ਕੀ ਹੈ। ਸੋ ਬੇਸਿਕਲੀ ਜਿਹੜਾ ਬਲੱਡ ਪ੍ਰੈਸ਼ਰ ਹੈ ਉਹ ਸਾਡੇ ਵਾਸਤੇ ਬਲੱਡ ਫਲੋ ਲਈ ਇੰਪੋਰਟੈਂਟ ਹੈ। ਆਰਗਨਿਜ਼ਮ ਜਿੰਨੇ ਸਾਡੇ ਬਾਡੀ ਦੇ ਹਿੱਸੇ ਨੇ ਜਿੰਨੀ ਦੇਰ ਤੱਕ ਉਹਨਾਂ ਨੂੰ ਬਲੱਡ ਨਹੀਂ ਮਿਲਣਾ ਉਹਨਾਂ ਨੇ ਫੰਕਸ਼ਨ ਨਹੀਂ ਕਰਨਾ। ਸੋ ਇਹ ਗੱਲਾਂ ਇਹ ਹੈਗਾ ਬਲੱਡ ਪ੍ਰੈਸ਼ਰ ਦੀ ਗੱਲ ਜਸਟ ਵੈਰੀ ਸਿੰਪਲ ਡੈਫੀਨੇਸ਼ਨ ਇਹਦੀ। ਜਿਹੜਾ ਨਾਰਮਲ ਜਿਹੜਾ ਆਪਾਂ ਮੈਂ ਅਡਲਟਸ ਦੀ ਗੱਲ ਕਰਾਂਗਾ ਅੱਜ ਬੱਚਿਆਂ ਦੀ ਨਹੀਂ ਗੱਲ ਕਰਾਂਗਾ। ਜਿਹੜੇ ਅਡਲਟਸ ਨੇ ਉਹਨਾਂ ਵਿੱਚ ਜਿਹੜਾ ਬਲੱਡ ਪ੍ਰੈਸ਼ਰ ਹੈ ਆਮ ਤੌਰ 'ਤੇ ਤੁਸੀਂ ਸੁਣਿਆ ਹੋਣਾ ਕਹਿਣਗੇ ਮੇਰਾ ਬਲੱਡ ਪ੍ਰੈਸ਼ਰ ਜ਼ਿਆਦਾ ਮੇਰਾ ਘੱਟ ਹੈ ਮੈਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਕੋਈ ਨਹੀਂ ਮੇਰਾ ਉੱਪਰ ਦਾ ਜ਼ਿਆਦਾ ਥੱਲੇ ਦਾ ਜ਼ਿਆਦਾ। ਸੋ ਉਹਦੇ ਵਿੱਚੋਂ ਜਿਹੜਾ ਸਿਸਟੋਲਿਕ ਬਲੱਡ ਪ੍ਰੈਸ਼ਰ ਹੈ ਜਦੋਂ ਤੁਹਾਡਾ 140 ਤੇ 90 ਤੁਹਾਡੇ ਡਾਕਟਰ ਦੇ ਆਫਿਸ ਦੇ ਵਿੱਚ ਉਹ ਤੁਹਾਨੂੰ ਉਹ ਦੱਸ ਦੇਣ ਤੇ 2 ਰੀਡਿੰਗਾਂ ਹੋ ਸਕਦਾ ਹਫਤੇ ਵਿੱਚ ਤੁਹਾਨੂੰ ਦੁਬਾਰਾ ਸੱਦਣ ਜਦੋਂ ਇੰਨਾ ਤੁਹਾਡਾ ਬਲੱਡ ਪ੍ਰੈਸ਼ਰ ਹੈਗਾ ਦੈਟ ਮੀਨਸ ਵੀ ਤੁਹਾਨੂੰ ਇਹਦੀ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਹੈ। ਇਹਦਾ ਹੁਣ ਅੱਗੋਂ ਉਹਨਾਂ ਨੇ ਕਲਾਸਿਸ ਵੀ ਵੰਡੀਆਂ ਨੇ ਕਲਾਸ 1 ਕਲਾਸ 2 ਮੈਂ ਉਹਦੇ ਵਿੱਚ ਨਹੀਂ ਜਾਣਾ ਚਾਹੁੰਦਾ। ਇੰਨੀ ਦੱਸਣਾ ਚਾਹੁੰਦਾ ਵੀ ਜੇ ਤੁਹਾਡੇ ਡਾਕਟਰ ਨੇ ਤੁਹਾਨੂੰ ਆਫਿਸ ਵਿੱਚ ਸੱਦ ਕੇ ਤੁਹਾਡਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਤੇ ਇੰਨਾ ਹੈਗਾ ਤੇ ਤੁਹਾਨੂੰ ਚਾਹੀਦਾ ਕਿ ਅੱਗੋਂ ਫਾਲੋ ਅਪ ਕਰੋ। ਸੈਕੰਡ ਇਹ ਵੀ ਵੇਖਿਆ ਗਿਆ ਕਿ ਜੇ ਤੁਸੀਂ ਘਰ ਬਲੱਡ ਪ੍ਰੈਸ਼ਰ ਚੈੱਕ ਕਰਦੇ ਹੋ ਜਿਹੜਾ ਕਿ ਬੜਾ ਕਾਮਨ ਹੈ ਅੱਜ ਕੱਲ੍ਹ ਉਹਦੇ ਬਾਰੇ ਵੀ ਐਕਸਪਲੇਨ ਕਰਾਂਗੇ ਵੀ ਕਿਸ ਤਰ੍ਹਾਂ ਕਰਨਾ ਚਾਹੀਦਾ। ਜੇ ਤੁਹਾਡਾ 135 ਤੇ 85 ਹੈਗਾ 2-3 ਵਾਰੀ ਤੁਹਾਡੀ ਰੀਡਿੰਗ ਇਸੇ ਹਿਸਾਬ ਨਾਲ ਆਈ ਹੈ ਫਿਰ ਆਪਣੇ ਡਾਕਟਰ ਨੂੰ ਮਿਲ ਕੇ ਤੇ ਚੈੱਕ ਕਰਾਓ। ਸੋ ਜਦੋਂ ਤੁਹਾਡਾ ਕੰਸਿਸਟੈਂਟਲੀ ਜਿਹੜਾ ਬਲੱਡ ਪ੍ਰੈਸ਼ਰ 140 ਤੇ 90 ਤੋਂ ਉੱਪਰ ਚੱਲਦਾ ਸੋ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਆ। ਗੱਲ ਤੇ ਹੈ ਵੀ ਇਹਦੇ ਵਿੱਚੋਂ ਮੇਨ ਗੱਲ ਇਹ ਪਤਾ ਨਹੀਂ ਲੱਗਦਾ ਕਈ ਵਾਰੀ ਕਿਉਂਕਿ ਇਹਦੇ ਕੋਈ ਸਿੰਪਟਮ ਨਹੀਂ ਹੁੰਦੇ। ਕਈ ਵਾਰੀ ਤੁਸੀਂ ਨੈਚੁਰਲੀ ਜਾ ਰਹੇ ਹੋ ਆਪਣੇ ਡਾਕਟਰ ਨੂੰ ਚੈੱਕ ਕਰਾਇਆ ਜਾਂ ਇੰਸ਼ੋਰੈਂਸ ਵਾਲੇ ਤੁਹਾਨੂੰ ਚੈੱਕ ਕਰਨ ਆਏ ਨੇ ਜਾਂ ਤੁਸੀਂ ਹਸਪੀਟਲ ਗਏ ਹੋ ਜਾਂ ਤੁਸੀਂ ਕਿਸੇ ਫਾਰਮੇਸੀ 'ਚ ਗਏ ਹੋ ਜਾਂ ਕਿਸੇ ਵੀ ਅਦਾਰੇ ਵਿੱਚ ਗਏ ਹੋ ਜਿੱਥੇ ਸਾਰਿਆਂ ਵਿੱਚ ਅੱਜ ਕੱਲ੍ਹ ਬਲੱਡ ਪ੍ਰੈਸ਼ਰ ਦੇ ਇੰਸਟਰੂਮੈਂਟ ਉਹਨਾਂ ਲਾਏ ਹੁੰਦੇ ਨੇ ਸਾਹਮਣੇ ਇੱਕ ਕਿਸਮ ਦਾ ਅਟਰੈਕਸ਼ਨ ਹੈ ਗਿਮਿਕ ਹੈਗਾ ਵੀ ਤੁਸੀਂ ਇੱਥੇ ਆਓ। ਉਹਦੇ ਨਾਲ ਕਈ ਵਾਰੀ ਗੱਲ ਨਹੀਂ ਬਣਦੀ ਮੈਂ ਐਕਸਪਲੇਨ ਕਰਾਂਗਾ ਵੀ ਕਿਉਂ ਨਹੀਂ ਬਣਦੀ। ਉਹ ਜਿਹੜੀਆਂ ਨਾ ਸੋ ਜਿੱਥੇ ਵੀ ਤੁਸੀਂ ਮੇਜਰ ਕਰਦੇ ਕਈ ਵਾਰੀ ਤੁਹਾਨੂੰ ਪਹਿਲੀ ਵਾਰੀ ਤੁਹਾਨੂੰ ਪਤਾ ਲੱਗਦਾ ਵੀ ਤੁਹਾਨੂੰ ਬਲੱਡ ਪ੍ਰੈਸ਼ਰ ਵੀ ਹੈਗਾ ਤੇ ਕਿਉਂਕਿ ਇਹ ਸਾਇਲੈਂਟ ਕਿਲਰ ਹੈ ਤੁਹਾਡੀ ਬਾਡੀ ਦੇ ਵਿੱਚ ਨੇ। ਜਦੋਂ ਸਾਡਾ ਬਲੱਡ ਪ੍ਰੈਸ਼ਰ ਇੱਕ ਲੈਵਲ ਤੋਂ ਉੱਪਰ ਵੱਧ ਜਾਂਦਾ ਆਰਟਰੀਜ਼ ਦੇ ਪ੍ਰੈਸ਼ਰ ਪਾ ਕੇ ਜਿਹੜੇ ਸਾਡੇ ਆਰਗਨ ਨੇ ਸਾਰੇ ਜਿਨ੍ਹਾਂ ਨੂੰ ਇਹ ਬਲੱਡ ਸਪਲਾਈ ਕਰਦਾ ਉਹਨਾਂ 'ਤੇ ਹੀ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ। ਬਹੁਤਾ ਜਿਹੜਾ ਦਾ ਕਾਰਨ ਹੈ ਉਹ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਕਾਰਨ ਕੀ ਹੈ। ਕਈ ਸੈਕੰਡਰੀ ਕਾਜ਼ਸ ਨੇ ਪਰ ਓਵਰਆਲ ਜਿਹੜਾ ਪ੍ਰੋਗਰਾਮ ਦੇ ਵਿੱਚ ਮੈਂ ਇੰਨੀ ਗੱਲ ਕਰਨੀ ਜੋ ਤੁਹਾਨੂੰ ਬਲੱਡ ਪ੍ਰੈਸ਼ਰ ਤੁਹਾਡੇ ਡਾਕਟਰ ਨੇ ਡਾਇਗਨੋਸ ਇੱਕ ਵਾਰੀ ਕਰਤਾ ਉਸ ਤੋਂ ਬਾਅਦ ਤੁਹਾਨੂੰ ਕਿੰਨੀਆਂ ਗੱਲਾਂ ਫਾਲੋ ਅਪ ਕਰਨੀਆਂ ਪੈਣੀਆਂ। ਉਹਦੇ ਵਿੱਚੋਂ ਮੋਸਟ ਇੰਪੋਰਟੈਂਟ ਪਹਿਲੀ ਗੱਲ ਤਾਂ ਵੀ ਤੁਹਾਨੂੰ ਇਹ ਐਡਮਿਟ ਕਰਨਾ ਪੈਣਾ ਆਪਣੇ ਮਨ ਦੇ ਵਿੱਚ ਵੀ ਇਹਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਹੈ। ਜੇ ਮੈਂ ਇਹਨੂੰ ਨਾ ਹੈਂਡਲ ਕਰਾਂਗਾ ਤੇ ਮੈਨੂੰ ਜਿਹੜੀਆਂ ਨਾ ਹੋਰ ਇਸ਼ੂਜ਼ ਮੇਰੇ ਖੜੇ ਹੋਣਗੇ। ਤੁਹਾਡੀ ਹਰ ਬਾਡੀ ਦੇ ਪਾਰਟ ਦੇ ਵਿੱਚ ਇਹਨੇ ਇੰਪੈਕਟ ਕਰਨਾ ਤੁਹਾਡੇ ਬ੍ਰੇਨ 'ਤੇ ਵੀ ਕਰ ਸਕਦਾ ਆਰਟਰੀਜ਼ 'ਤੇ ਕਰ ਸਕਦਾ ਤੁਹਾਡੇ ਹਾਰਟ 'ਤੇ ਕਰ ਸਕਦਾ ਕਿਡਨੀਜ਼ 'ਤੇ ਕਰ ਸਕਦਾ ਪੈਰੀਫਰਲ ਸਰਕੂਲੇਸ਼ਨ 'ਤੇ ਕਰ ਸਕਦਾ ਅੱਖਾਂ 'ਤੇ ਅਸਰ ਪਾ ਸਕਦਾ। ਸੋ ਇਹ ਜਿਹੜਾ ਕੰਮ ਹੈ ਨਾ ਇਹ ਕੰਟੀਨਿਊਸਲੀ ਲੈਣਾ। ਜਸਟ ਰਿਮੈਂਬਰ ਕਿ ਜਦੋਂ ਤੋਂ ਅਸੀਂ ਪੈਦਾ ਹੁੰਦੇ ਹਾਂ ਉਸ ਤੋਂ ਬਾਅਦ ਜਾਂ ਉਸ 'ਤੇ ਜਿਹੜਾ ਇਹ ਬਲੱਡ ਨੇ ਤੇ ਹਾਰਟ ਨੇ ਤੇ ਜਦੋਂ ਮੇਰੇ ਖਿਆਲ 12 ਜਾਂ 14 ਹਫ਼ਤਿਆਂ ਦੇ ਵਿੱਚ ਹੀ ਬੀਟ ਕਰਨਾ ਸ਼ੁਰੂ ਕਰ ਦਿੰਦਾ ਉਸ ਤੋਂ ਬਾਅਦ ਹੀ ਫਿਰ ਇਹਨੇ ਚੱਲੀ ਜਾਣਾ ਪੈਦਾਇਸ਼ ਤੋਂ ਲੈ ਕੇ ਤੇ ਜਿੰਨੀ ਦੇਰ ਤੱਕ ਅਸੀਂ ਜਿਉਣਾ 2 ਚੀਜ਼ਾਂ ਨੇ ਬੀਟ ਕਰਨਾ ਇੱਕ ਹਾਰਟ ਨੇ ਤੇ ਇੱਕ ਬਰੀਥਿੰਗ ਨੇ। ਸੋ ਜਿਹੜਾ ਉਹ ਤੇ ਆਪਾਂ ਉਹਨੂੰ ਬੰਦ ਨਹੀਂ ਕਰ ਸਕਦੇ ਉਹਨੇ ਆਪਣੀ ਰਫਤਾਰ ਨਾਲ ਚੱਲਣਾ। ਕਈ ਵਾਰੀ ਕਈਆਂ ਦਾ ਹਾਰਟ ਰੇਟ ਵੱਧ ਜਾਂਦਾ ਘਟ ਜਾਂਦਾ ਸੋ ਉਹਦੇ ਨਾਲ ਵੀ ਇਹਦਾ ਕੋਰਿਲੇਸ਼ਨ ਹੈਗਾ। ਪਰ ਓਵਰਆਲ ਜਿਹੜਾ ਨਾ ਜਦੋਂ ਤੁਹਾਨੂੰ ਮੈਂ ਫਿਰ ਦੁਬਾਰਾ ਰੀਫਰੇਸ ਕਰਾਂ ਮੈਂ ਨਹੀਂ ਚਾਹੁੰਦਾ ਵੀ ਮੈਂ ਹੋਰ ਕਨਫਿਊਜ਼ ਕਰਦਾ ਸਾਰਿਆਂ ਨੂੰ ਕਿ ਜਿਹੜਾ ਬਲੱਡ ਪ੍ਰੈਸ਼ਰ 140 ਤੇ 90 ਤੁਹਾਡਾ ਪਹੁੰਚ ਗਿਆ ਦੈਟ ਮੀਨਸ ਵੀ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈਗੀ ਹੈ। ਫਿਰ ਤੁਹਾਨੂੰ ਡਾਕਟਰ ਨੇ ਬੁਲਾ ਕੇ ਤੇ ਫਿਰ
ਅੱਛਾ ਡਾਕਟਰ ਸਾਹਿਬ, ਨਾਰਮਲ ਬਲੱਡ ਪ੍ਰੈਸ਼ਰ ਕਿੰਨਾ ਹੁੰਦਾ, ਕਿੰਨਾ ਹੋ ਸਕਦਾ ਨਾਰਮਲ ਬਲੱਡ ਪ੍ਰੈਸ਼ਰ? ਜਦੋਂ ਅਸੀਂ ਸੋਚੀਏ ਵੀ ਹੁਣ ਨਾ ਤਾਂ ਸਾਡਾ ਘੱਟ ਹੈ ਨਾ ਸਾਡਾ ਜ਼ਿਆਦਾ ਹੈ, ਇਹ ਨਾਰਮਲ ਬਲੱਡ ਪ੍ਰੈਸ਼ਰ ਹੈ, ਤੇ ਇਹ ਵੀ ਹੋ ਸਕਦਾ ਹੈ ਕਿ ਜਦੋਂ ਤੁਹਾਡਾ ਕਈ ਵਾਰੀ ਹਾਈ ਬਲੱਡ ਪ੍ਰੈਸ਼ਰ ਇੱਕ ਵਾਰੀ ਸ਼ੋ ਕਰਤਾ ਤੇ ਉਸ ਤੋਂ ਬਾਅਦ ਟੈਂਪਰੇਰੀਲੀ ਹੋਵੇ ਤੇ ਉਸ ਤੋਂ ਬਾਅਦ ਤੁਹਾਡਾ ਨਾਰਮਲ ਵੀ ਆ ਜਾਏ, ਮੇਬੀ ਤੁਸੀਂ ਐਕਸਰਸਾਈਜ਼ ਕਰਕੇ ਗਏ ਹੋਵੋ ਜਾਂ ਤੁਹਾਨੂੰ ਘਬਰਾਹਟ ਹੁੰਦੀ ਹੋਵੇ, ਇਹਨਾਂ ਸਿਚੁਏਸ਼ਨਸ ਦੇ ਵਿੱਚ ਵੀ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ? ਦੇਖੋ, ਜਿਹੜਾ ਬਲੱਡ ਪ੍ਰੈਸ਼ਰ ਦੀ ਡੈਫੀਨੇਸ਼ਨ ਹੈ ਨਾ, ਬੜੀ ਸਟ੍ਰਿਕਟ ਹੈਗੀ ਹੈ, ਤੇ ਇਹਨੂੰ ਆਪਾਂ ਇਹਨੂੰ ਚੇਂਜ ਨਹੀਂ ਕਰ ਸਕਦੇ। ਜੋ ਵੀ ਇਹਦਾ ਹੈਗਾ ਕਿ ਇੱਕ ਵਾਰੀ ਜਦੋਂ ਤੁਹਾਡਾ ਡਾਇਗਨੋਸਿਸ ਹੋ ਗਿਆ, 2-3 ਵਾਰੀ ਉਹਨਾਂ ਰੀਡਿੰਗ ਕਰਕੇ ਫਿਰ ਹੀ ਡਾਇਗਨੋਸਿਸ ਕਰਨਾ, ਇੱਕ ਸਿੰਗਲ ਜਿਹੜੀ ਹੈ ਨਾ ਰੀਡਿੰਗ, ਉਹ ਤੇ ਐਡਿਕੁਏਟ ਨਹੀਂ ਹੈਗੀ। ਤੁਹਾਨੂੰ ਇਸੇ ਕਰਕੇ ਡਾਕਟਰ ਦੁਆਰਾ ਬੁਲਾਉਂਦਾ, ਕਹਿਣਗੇ ਆਪਣੇ ਘਰ ਚੈੱਕ ਕਰੋ, ਜੇ ਤੁਹਾਡਾ ਘਰ 130 ਤੇ 135 ਤੇ 85 ਹੈ ਤੇ ਡਾਕਟਰ ਦੇ ਆਫਿਸ ਵਿੱਚ 140 ਤੇ 90 ਤੇ ਤੁਹਾਡਾ ਡਾਇਗਨੋਸਿਸ ਬਣ ਗਿਆ। ਪਰ ਉਹਦੇ ਨਾਲ ਇਹ ਵੀ ਹੋ ਸਕਦਾ ਵੀ ਤੁਸੀਂ ਕਿਸ ਹਿਸਾਬ ਨਾਲ ਚੈੱਕ ਕਰਦੇ ਪਏ ਹੋ, ਉਹ ਮੈਂ ਦੁਬਾਰਾ ਫਿਰ ਅੱਗੇ ਜਾ ਕੇ ਐਕਸਪਲੇਨ ਕਰਨਾ। ਜਦੋਂ ਤੁਹਾਡਾ ਡਾਇਗਨੋਸਿਸ ਇਹਦਾ ਬਣ ਗਿਆ, ਕਈ ਵਾਰੀ ਇਹਦੇ ਕੋਈ ਸਿੰਪਟਮ ਨਹੀਂ, ਵੈਰੀ ਰੇਅਰਲੀ ਹੁੰਦਾ ਤੁਹਾਨੂੰ ਹੈਡੇਕ ਜਾਂ ਡਿਜ਼ੀਨੈਸ ਜਾਂ ਵੀਕਨੈਸ ਜਾਂ ਕੋਈ, ਉਹ ਉਦੋਂ ਹੁੰਦੀ ਹੈ ਜਦੋਂ ਆਲਰੇਡੀ ਬਲੱਡ ਪ੍ਰੈਸ਼ਰ ਲੰਬੇ ਸਮੇਂ ਵਾਸਤੇ ਰਹਿ ਚੁੱਕਾ ਤੇ ਉਹ ਤੁਹਾਡੇ ਬਾਡੀ ਦੇ ਆਰਗਨ ਤੇ ਉਹਦਾ ਇੰਪੈਕਟ ਹੋ ਰਿਹਾ। ਕਈ ਵਾਰੀ ਤੁਸੀਂ ਨੋਟ ਕੀਤਾ ਹੋਣਾ, ਲੋਕੀ ਕਹਿਣਗੇ ਮੈਨੂੰ ਹੈਡੇਕ ਹੋ ਰਹੀ ਹੈ, ਪਰ ਜਿਹੜੀ ਇਹਦੀ ਸਵੀਅਰ ਹੈਡੇਕ ਹੈ ਉਹ ਆਕਸੀਪੀਟਲ ਹੁੰਦੀ ਹੈ, ਜੇ ਟੈਨਸ਼ਨ ਹੈਡੇਕ ਨਾਲ ਆਪਾਂ ਕਨਫਿਊਜ਼ ਬੜੀ ਵਾਰੀ ਕਰਨੇ ਆ। ਕਈ ਵਾਰੀ ਇਹ ਵੀ ਹੁੰਦਾ ਵੀ ਤੁਸੀਂ ਡਾਕਟਰ ਦੇ ਆਫਿਸ ਜਾਣਾ, ਚਿੱਟਾ ਕੋਟ ਦੇਖ ਕੇ ਬਲੱਡ ਪ੍ਰੈਸ਼ਰ ਵੱਧ ਜਾਂਦਾ, ਉਹ ਵੀ ਫਿਰ ਤੁਹਾਨੂੰ ਇਸੇ ਕਰਕੇ ਕਹਿੰਦੇ ਨੇ ਆਪਣਾ ਤੁਸੀਂ ਉਹਨੂੰ ਮੈਨੇਜ ਕਰੋ। ਪਰ ਜਿਹੜਾ ਓਵਰਆਲ ਜਿਹੜਾ ਨਾ, ਜਦੋਂ ਤੁਹਾਡਾ ਡਾਇਗਨੋਸਿਸ ਬਣ ਗਿਆ, ਫਿਰ ਤੁਹਾਨੂੰ ਕੀ ਕਰਨਾ ਚਾਹੀਦਾ? ਫਿਰ ਤੁਹਾਡੇ ਡਾਕਟਰ ਨੇ ਤੁਹਾਡਾ ਹਾਈਟ, ਵੇਟ, ਤੁਹਾਡਾ ਬਾਡੀ ਸਰਕਮਸਟੈਂਸ, ਤੁਹਾਡਾ ਜਿਹੜਾ ਪੇਟ ਦਾ ਹਿੱਸਾ ਇਹਨੂੰ ਮਾਪਣਾ, ਤੁਹਾਡੇ ਨੈਕ ਨੂੰ ਦੇਖਣਾ, ਤੁਹਾਡੀ ਸਰਕੂਲੇਸ਼ਨ ਬਾਰੇ ਨੋਟ ਕਰਨਾ, ਤੁਹਾਡੀ ਬਾਡੀ ਦੇ ਸਕਿਨ ਐਂਡ ਤੁਹਾਡੇ ਐਵਰੀਥਿੰਗ ਵਾਚ ਕਰਕੇ ਨੋਟ ਬਣਾ ਕੇ ਉਹਨਾਂ ਨੇ ਕਹਿਣਾ ਵੀ ਆਹ ਬੇਸਿਕ ਗੱਲਾਂ ਨੇ, ਪਰ ਹੁਣ ਤੁਹਾਨੂੰ ਟੈਸਟ ਕਰਾਉਣੇ ਪੈਣੇ। ਕਿਉਂਕਿ ਹਰ ਇੱਕ ਨੇ ਪੁੱਛਣਾ ਵੀ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ, ਮੈਨੂੰ ਤਾਂ ਕੋਈ ਟਰਬਲ ਨਹੀਂ, ਮੈਂ ਕਿਉਂ ਟੈਸਟ ਕਰਾਵਾਂ, ਮੈਨੂੰ ਡਾਕਟਰ ਕੋਲ ਜਾਣ ਦੀ ਜ਼ਰੂਰਤ ਕੋਈ ਨਹੀਂ। ਪਰ ਜੇ ਤੁਸੀਂ ਨਾ ਕਰਾਓਗੇ, ਸਿੰਪਲ ਕਰ ਲਓ ਨੋਟ, ਇੱਕ ਨਾ ਇੱਕ ਤੁਹਾਡਾ ਆਰਗਨ ਦੇ ਵਿੱਚ ਪ੍ਰੋਬਲਮ ਆਉਣੀ ਹੈ, ਅਤੇ ਖਾਸ ਕਰਕੇ ਉਦੋਂ ਆਉਂਦੀ ਹੈ ਜਦੋਂ ਤੁਸੀਂ ਨਹੀਂ ਟਰੀਟਮੈਂਟ ਲੈ ਰਹੇ, ਅਤੇ ਜਦੋਂ ਟਰੀਟਮੈਂਟ ਨਾ ਲੈਂਦੇ ਹੋਏ ਸਟ੍ਰੋਕ ਹੋ ਗਿਆ, ਹਾਰਟ ਅਟੈਕ ਹੋ ਗਿਆ, ਕਿਡਨੀਜ਼ ਮਰ ਗਈਆਂ, ਫਿਰ ਐਮਰਜੈਂਸੀ ਜਾ ਕੇ ਫਿਰ ਤੁਸੀਂ ਉੱਥੇ ਪਹਿਲੀ ਗੱਲ ਇਹ ਕਰਦੇ ਸਾਡੇ ਲੋਕ, ਸਾਰੇ ਤਾਂ ਨਹੀਂ ਕਹਿਣਾ ਚਾਹੀਦਾ, ਕਾਫੀ ਜ਼ਿਆਦਾ ਲੋਕ ਕਰਦੇ ਨੇ, ਮੈਨੂੰ ਤਾਂ ਪਤਾ ਨਹੀਂ ਸੀ, ਮੇਰੇ ਡਾਕਟਰ ਨੇ ਐਕਸਪਲੇਨ ਨਹੀਂ ਕੀਤਾ, ਮੇਰੇ ਫੈਮਿਲੀ ਡਾਕਟਰ ਨੂੰ ਨਹੀਂ ਪਤਾ, ਮੇਰੇ ਇੰਟਰਨਿਸਟ ਨੂੰ ਨਹੀਂ ਪਤਾ, ਹਸਪੀਟਲ ਨੂੰ ਨਹੀਂ ਪਤਾ, ਐਂਬੂਲੈਂਸ ਵਾਲਿਆਂ ਨੂੰ ਪਤਾ, ਮੇਰੇ ਘਰਦਿਆਂ ਨੂੰ ਨਹੀਂ ਪਤਾ, ਮੈਂ ਤਾਂ ਚੰਗਾ ਭਲਾ। ਸੋ ਇਹ ਗੱਲਾਂ ਫਾਲਤੂ ਨੇ, ਇਹਦਾ ਕੋਈ ਮਤਲਬ ਨਹੀਂ। ਜਦੋਂ ਇੱਕ ਵਾਰੀ ਤੁਹਾਡਾ ਡਾਇਗਨੋਸਿਸ ਬਣ ਗਿਆ, ਤੁਸੀਂ ਆਪਣੀ ਇਨਵੈਸਟੀਗੇਸ਼ਨ ਕਰਾ ਕੇ ਉਹਨਾਂ ਤੁਹਾਡਾ ਪੂਰਾ ਫਿਜ਼ੀਕਲ ਐਗਜ਼ਾਮ ਕਰਕੇ ਉਸ ਤੋਂ ਬਾਅਦ ਬਲੱਡ ਟੈਸਟ ਕਰਨੇ ਨੇ, ਬਲੱਡ ਵਿੱਚ ਬਲੱਡ ਕਾਊਂਟ, ਤੁਹਾਡੇ ਕਿਡਨੀ ਟੈਸਟ, ਸ਼ੂਗਰ ਦਾ ਟੈਸਟ, ਕੋਲੈਸਟਰੋਲ ਦਾ, ਚੰਗਾ ਕੋਲੈਸਟਰੋਲ, ਮਾੜਾ ਕੋਲੈਸਟਰੋਲ, ਇਹ ਸਾਰੇ ਚੈੱਕ ਹੋਣੇ ਆ। ਤੁਹਾਡੇ ਕਿਡਨੀ ਦਾ ਰੈਗੂਲਰਲੀ ਚੈੱਕ ਕਰਨਾ ਪੈਣਾ, ਤੁਹਾਡੇ ਆਈ ਐਗਜ਼ਾਮ ਕਰਨਾ ਪੈਣਾ, ਇਹ ਬੇਸਿਕ ਟੈਸਟ ਨੇ, ਇਸ ਤੋਂ ਬਿਨਾਂ ਗੱਲ ਨਹੀਂ ਬਣਨੀ। ਜਦੋਂ ਤੁਸੀਂ ਇੱਕ ਵਾਰੀ ਕਰਾ ਲਿਆ ਟੈਸਟ ਆਪਣਾ, ਫਿਰ ਤੁਹਾਡਾ ਫਰਜ਼ ਬਣਦਾ ਵੀ ਹਰ ਤੀਜੇ ਮਹੀਨੇ ਬਾਅਦ ਜਿਹੜਾ ਇਹਨੂੰ ਮੋਨੀਟਰ ਕਰੋ ਆਪਣਾ ਬਲੱਡ ਪ੍ਰੈਸ਼ਰ ਦੀਆਂ ਮੈਂ ਦੱਸਾਂਗਾ ਅੱਗੇ ਜਾ ਕੇ ਵੀ ਡਾਈਟ, ਐਕਸਰਸਾਈਜ਼ ਜਾਂ ਕਿਹੜੀਆਂ ਗੱਲਾਂ ਨੇ ਜਿਹਨਾਂ ਕੋ ਵਾਚ ਕਰਨਾ ਚਾਹੀਦਾ। ਪਰ ਡਾਇਗਨੋਸਿਸ ਕਰਨ ਤੋਂ ਪਹਿਲਾਂ ਰਿਸਕ ਫੈਕਟਰ ਵੇਖਣੇ ਪੈਣੇ ਨੇ ਵੀ ਭਾਰ ਤੇ ਨਹੀਂ ਜ਼ਿਆਦਾ, ਦੂਸਰਾ ਹੈਗਾ ਵੀ ਤੁਸੀਂ ਸ਼ਰਾਬ ਤੇ ਨਹੀਂ ਜ਼ਿਆਦਾ ਪੀਂਦੇ, ਸਮੋਕ ਤੇ ਨਹੀਂ ਕਰਦੇ, ਡਰੱਗਸ ਤੇ ਨਹੀਂ ਕਰਦੇ। ਅੱਜ ਕੱਲ੍ਹ ਇੱਕ ਡੈਫੀਨੇਸ਼ਨ ਚੱਲੀ ਹੈ ਰੈਕਰੀਏਸ਼ਨਲ ਡਰੱਗਸ, ਮੈਨੂੰ ਇਹ ਸਮਝ ਨਹੀਂ ਆਉਂਦਾ ਜਦੋਂ ਡਰੱਗ ਹੀ ਉਹ ਰੈਕਰੀਏਸ਼ਨਲ ਕਾਹਦੀ ਹੋ ਗਈ। ਸੋ ਇਹ ਜਿਹੜੀਆਂ ਗੱਲਾਂ ਨੇ ਨਾ ਆਪਣੇ ਹਿਸਾਬ ਨਾਲ ਹੀ ਆਪਣੇ ਮਨ ਨੂੰ ਟਿਕਾਉਣ ਵਾਸਤੇ ਲੋਕਾਂ ਨੇ ਗੱਲਾਂ ਬਣਾਈਆਂ ਨੇ, ਪਰ ਜਿਹੜਾ ਐਕਚੁਅਲੀ ਦਾ ਬਲੱਡ ਪ੍ਰੈਸ਼ਰ ਨੇ ਤੁਹਾਡਾ ਲਾਈਫ ਸਟਾਈਲ ਜਿਹੜਾ ਨਾ ਜੇ ਨਾ ਚੇਂਜ ਕਰੋਗੇ ਪ੍ਰੋਬਲਮ ਆਉਣੀ, ਉਹਦੇ ਵਿੱਚੋਂ ਦੋ ਰਹਿ ਨਹੀਂ ਹੈਗੀਆਂ। ਬਾਕੀ ਸਟ੍ਰੈਸ ਦੀ ਵੀ ਦੱਸਣਾ। ਬਿਲਕੁਲ ਡਾਕਟਰ ਸਾਹਿਬ, ਜਿਵੇਂ ਤੁਸੀਂ ਕਿਹਾ ਕਿ ਸਟ੍ਰੈਸ ਵੀ ਹੋ ਸਕਦੀ ਹੈ ਇਹਦੇ ਨਾਲ, ਇਹ ਜਿਵੇਂ ਕਹਿ ਸਕਦੇ ਹਾਂ ਬਹੁਤ ਸਾਰੀਆਂ ਹੋਰ ਕੰਪਲਿਕੇਸ਼ਨਸ ਜਿਹੜੀਆਂ ਨੇ ਉਹ ਹੋ ਸਕਦੀਆਂ ਨੇ। ਪਰ ਹੁਣ ਜਿਵੇਂ ਕਿਸੇ ਨੂੰ ਬਲੱਡ ਪ੍ਰੈਸ਼ਰ ਹੈਗਾ, ਹਾਈ ਬਲੱਡ ਪ੍ਰੈਸ਼ਰ ਹੈ, ਲਗਾਤਾਰ ਮੋਨੀਟਰ ਵੀ ਕਰਦੇ ਹੈਗੇ ਆ, ਡਾਈਟ ਦਾ ਵੀ ਪੂਰਾ ਧਿਆਨ ਰੱਖਦੇ ਹੈਗੇ ਆ, ਕੀ ਇਹ ਕਿਉਰ ਹੋ ਸਕਦਾ? ਦੇਖੋ, ਇਹ ਕੰਟਰੋਲ ਹੋ ਸਕਦਾ, ਕਿਉਰ ਵਾਲੀ ਤੇ ਇਹਨੂੰ ਤੁਹਾਨੂੰ ਮੈਨੇਜ ਕਰਨਾ ਪੈਣਾ। ਜਿਹੜੀਆਂ ਗੱਲਾਂ ਨੇ ਨਾ ਕਿ ਕਿਉਰ ਜਾਂ ਇਹਨੂੰ ਆਪਾਂ ਇਹਦਾ ਜੀ ਇੱਕ ਕਿਸਮ ਜਾ ਸਕਦੀ ਹੈ, ਉਹ ਗੱਲ ਨਹੀਂ ਹੈਗੀ ਟਰੂ, ਉਹ ਗੱਲਾਂ ਬਾਤਾਂ ਬਣੀਆਂ ਨੇ। ਦੂਜੀ ਗੱਲ ਹੈ ਕਿ ਜਿਹੜਾ ਮੈਂ ਸਮਝਦਾ ਸਭ ਤੋਂ ਵੱਡੀ ਮੁਸੀਬਤ ਸਾਡੀ ਕਮਿਊਨਿਟੀ ਵਿੱਚ ਹੈਗੀ ਹੈ ਬੜੀ ਵੱਡੀ, ਕਿ ਜਦੋਂ ਡਾਇਗਨੋਸਿਸ ਤੇ ਬਣ ਗਿਆ, ਟੈਸਟ ਵੀ ਕਰਾ ਲਏ, ਫਿਰ ਜਾ ਕੇ ਘਰ ਸਲਾਹ ਕਰਨੀ ਹੈ, ਫਿਰ ਉਹਨਾਂ ਕਿਸੇ ਹੋਰ ਨੂੰ ਪੁੱਛਣਾ, ਫਿਰ ਕਿਸੇ ਨੂੰ ਫੋਨ ਕਰਨਾ ਜਾਂ ਕੋਈ ਇੰਟਰਨੈਟ ਤੋਂ ਵੇਖ ਲੈਣਾ ਕੰਮ, ਕੋਈ ਦੇਸੀ ਦਵਾਈ ਦੇਖ ਲੈਣੀ ਹੈ, ਉਹਦੇ ਵਿੱਚ ਫਿਰ ਕਨਫਲਿਕਟ ਹੋ ਜਾਂਦਾ, ਉਹ ਟਾਈਮ ਵੇਸਟ ਕਰਦੇ ਪਿਓ। ਸੋ ਟਾਈਮ ਵੇਸਟ ਕਰਨ ਦੀ ਬਜਾਏ ਜਦੋਂ ਜੇ ਤੁਹਾਨੂੰ ਆਪਣੇ ਡਾਕਟਰ ਦੇ ਕੌਨਫੀਡੈਂਸ ਨਹੀਂ ਹੈਗਾ, ਫਿਰ ਤੁਸੀਂ ਹੋਰ ਕੋਈ ਡਾਕਟਰ ਵੇਖ ਲਓ।
ਬਾਰ-ਬਾਰ ਤੇ ਨਹੀਂ ਨਾ ਕਹੋ ਜੀ ਮੈਂ ਫਲਾਣੇ ਨੂੰ ਵੀ ਫੋਨ ਕੀਤਾ, ਫਲਾਣੇ ਨੂੰ ਚੈੱਕ ਕਰ ਲਿਆ, ਦੇਸੀ ਦਵਾਈ ਆ ਰਹੀ, ਮੈਂ ਉਹ ਲੈ ਕੇ ਆ ਰਿਹਾ, ਸੋ ਬਸ ਮੈਂ ਠੀਕ ਹੋ ਗਿਆ। ਇਹਨਾਂ ਗੱਲਾਂ ਨਾਲ, ਇਹ ਗਲਤ ਗੱਲਾਂ ਨੇ, ਇਹ ਨੁਕਸਾਨ ਹੁੰਦਾ। ਕਿਉਂਕਿ ਸਾਡੇ ਪ੍ਰੋਗਰਾਮ ਦਾ ਇੱਕੋ ਹੀ ਮਤਲਬ ਹੈ, ਕਨਵਰਸੇਸ਼ਨ ਮੈਂ ਤੁਹਾਡੇ ਨਾਲ ਕਰਨਾ ਪਿਆ। ਜਿਸ ਹਿਸਾਬ ਨਾਲ ਤੁਹਾਨੂੰ ਇਹਦੇ ਬਾਰੇ ਹੋ ਸਕਦਾ ਤੁਸੀਂ ਪਰਦੇ ਦੇ ਪਿੱਛੇ ਇਹ ਗੱਲਾਂ ਕਰਦੇ ਹੋ, ਪਰ ਸਾਹਮਣੇ ਤੁਸੀਂ ਕਰਨ ਲਈ ਤਿਆਰ ਨਹੀਂ, ਕਿਉਂਕਿ ਤੁਸੀਂ ਕਿਸੇ ਨੂੰ ਅਫੈਂਡ ਨਹੀਂ ਕਰਨਾ ਚਾਹੁੰਦੇ। ਸੋ ਪਹਿਲੀ ਗੱਲ ਤਾਂ ਇਹ ਵੀ ਤੁਹਾਨੂੰ ਵਾਚ ਕਰਨਾ ਪੈਣਾ ਆਪਣੀ ਡਾਈਟ ਦਾ, ਆਪਣੀ ਐਕਸਰਸਾਈਜ਼ ਦਾ। ਐਕਸਰਸਾਈਜ਼ ਜੇ ਤੁਸੀਂ ਬਿਲਕੁਲ ਹੀ ਬੈਠੇ ਹੋ ਘਰ ਵਿਹਲੇ, ਕੋਈ ਕਰਨਾ ਨਹੀਂ, ਕਦੇ ਬਾਹਰ ਨਹੀਂ ਜਾਣਾ, ਕੋਈ ਵਾਕ ਨਹੀਂ ਕਰਨਾ, ਘਰ 'ਚ ਸਫਾਈ ਨਹੀਂ ਕਰਨੀ, ਕੋਈ ਘਾੜ ਨਹੀਂ ਕੱਟਣਾ, ਕੋਈ ਆਪਣਾ ਕੋਈ ਕੰਮ ਨਹੀਂ ਕਰਨਾ, ਸਿਰਫ ਕੰਪਲੇਨ ਕਰਨੀ ਹੈ, ਭਾਰ ਵਧੀ ਜਾਣਾ, ਬਲੱਡ ਪ੍ਰੈਸ਼ਰ ਵਧੀ ਜਾਣਾ, ਸੋ ਇਹ ਪ੍ਰੋਬਲਮ ਆਉਣੀ ਹੈ। ਸੈਕਿੰਡ ਹੈਗਾ ਕਿ ਜਿਹੜਾ ਕਿ ਇਸ਼ੂ ਹੁੰਦਾ ਵੀ ਤੁਸੀਂ ਜਦੋਂ ਡਾਇਗਨੋਸਿਸ ਬਣ ਗਿਆ, ਤੁਹਾਡੇ ਟੈਸਟ ਹੋ ਗਏ, ਤੁਹਾਨੂੰ ਮੈਡੀਸਨ ਦੇਤੀ, ਡਿਫਰੈਂਟ ਤਰ੍ਹਾਂ ਦੀ ਮੈਡੀਸਨ, ਇਹ ਨਹੀਂ ਹੈਗੀ ਵੀ 1 2 3, ਮੈਂ 100 ਤਰ੍ਹਾਂ ਦੀ ਤਕਰੀਬਨ ਮੈਡੀਸਨ ਹੋਣੀ ਹੈ ਡਿਫਰੈਂਟ ਕੰਬੀਨੇਸ਼ਨ ਦੇ ਵਿੱਚ, ਉਹ ਅਵੇਲੇਬਲ ਹੈਗੀ ਹੈ। ਉਹ ਤੁਹਾਨੂੰ ਫਿਰ ਡਾਕਟਰ ਤੁਹਾਨੂੰ ਭੇਜਣਗੇ, ਆਪਣੇ ਹੋ ਸਕਦਾ ਸਪੈਸ਼ਲਿਸਟ ਨੂੰ ਇੱਕ ਵਾਰੀ ਵਿਖਾ ਲੈਣ, ਤੁਹਾਡਾ ਕਾਰਡੀਓਗ੍ਰਾਮ ਕਰਕੇ ਸਟ੍ਰੈਸ ਟੈਸਟ ਕਰਨਾ। ਸੋ ਇਹ ਸਾਰੀਆਂ ਗੱਲਾਂ ਤੁਹਾਨੂੰ ਚਾਹੀਦੀਆਂ ਕਰਾ ਕੇ ਇੱਕ ਦੀ ਸਾਰਿਆਂ ਨੂੰ ਮੈਂ ਇੱਕ ਦੱਸਾਂਗਾ ਵੀ ਇੱਕ ਫਾਈਲ ਬਣਾਓ ਆਪਣੀ ਬਲੱਡ ਪ੍ਰੈਸ਼ਰ ਵਾਲੀ, ਜਿਸ ਤਰ੍ਹਾਂ ਸ਼ੂਗਰ ਦੀ ਬਣਾਈ, ਇੱਕ ਬਲੱਡ ਪ੍ਰੈਸ਼ਰ ਦੀ ਫਾਈਲ ਬਣਾਓ, ਉਹਦੇ ਵਿੱਚ ਇਨਫੋਰਮੇਸ਼ਨ ਰੱਖੋ ਤਾਂ ਕਿ ਤੁਹਾਡੇ ਘਰਦਿਆਂ ਨੂੰ ਵੀ ਪਤਾ ਹੋਏ ਤੇ ਜਿਹੜੇ ਤੁਹਾਨੂੰ ਕਦੀ ਮਿਲਦੇ ਨੇ ਉਹਨਾਂ ਨੂੰ ਵੀ ਪਤਾ ਹੋਏ ਵੀ ਇਹਨਾਂ ਨੂੰ ਪ੍ਰੋਬਲਮ ਹੈਗੀ ਹੈ। ਕਈ ਤਾਂ ਡਾਕਟਰ ਸਾਹਿਬ ਇਹ ਵੀ ਪੁੱਛਦੇ ਹੋਣੇ ਆ ਤੁਹਾਨੂੰ ਆ ਕੇ ਵੀ ਹੁਣ ਇਹ ਦਵਾਈ ਮੈਨੂੰ ਲਿਖ ਕੇ ਦੇਤੀ ਹੈ, ਇਹ ਖਾਣੀ ਕਿੰਨਾ ਚਿਰ ਹੈ, ਕਿ 1 2 ਮਹੀਨੇ ਖਾ ਕੇ ਮੈਨੂੰ ਬੰਦ ਕਰਨੀ ਪੈਣੀ ਹੈ? ਇਹ ਔਰ ਅਕਸਰ ਕੁਐਸਚਨ ਜਿਹੜਾ ਪੁੱਛਿਆ ਜਾਂਦਾ ਇਹ ਸਭ ਤੋਂ ਜਿਹੜਾ ਕਾਮਨ ਕੁਐਸਚਨ ਹੁੰਦਾ ਵੀ ਮੈਨੂੰ ਲੱਗ ਨਾ ਜਾਏ, ਇਹ ਕੋਈ ਐਡਿਕਸ਼ਨ ਤੇ ਹੈ ਨਹੀਂ, ਇਸ ਤੋਂ ਬਿਨਾਂ ਘਰ ਤੁਹਾਡਾ ਕੰਮ ਨਹੀਂ, ਆਪਾਂ ਖਾਣੇ ਵੀ ਆ, ਪੀਣੇ ਵੀ ਆ, ਰੋਜ਼ ਆਪਾਂ ਜਿਹੜੀਆਂ ਨਾਰਮਲ ਰੂਟੀਨ ਨੇ ਉਹ ਤੇ ਕਰਨੇ ਆ, ਤੇ ਮੈਡੀਸਨ ਵੀ ਤੁਹਾਨੂੰ ਲੈਣੀ ਪੈਣੀ ਹੈ, ਮੇਨਟੇਨ ਕਰਨੀ ਪੈਣੀ ਹੈ। ਮੈਡੀਸਨ ਡਿਫਰੈਂਟ ਤਰ੍ਹਾਂ ਦੀ ਮੈਡੀਸਨ ਨੇ, ਹਰ ਇੱਕ ਆਦਮੀ ਨੂੰ ਸੇਮ ਮੈਡੀਸਨ ਨਹੀਂ ਫਿੱਟ ਪੈਂਦੀ। ਤੇ ਜੇ ਤੁਸੀਂ ਕਹੋ ਵੀ ਚਲੋ ਇੱਕ ਵਾਰੀ ਵੇਖਿਆ, ਮੈਂ ਘਰਾਂ 'ਚ ਕਹਿਣਗੇ ਵੀ ਜੀ ਮੈਂ ਹਸਬੈਂਡ ਨੂੰ ਪ੍ਰੋਬਲਮ ਬਲੱਡ ਪ੍ਰੈਸ਼ਰ ਦੀ, ਵਾਈਫ ਵੀ ਕਹਿੰਦੀ ਮੈਨੂੰ ਵੀ ਇਹੋ ਲਿਖ ਦਿਓ ਨਾਲ, ਜਾਂ ਵਾਈਫ ਨੇ ਕਹਿਣਾ ਮੈਂ ਉਹ ਲੈ ਲੈਣੀ। ਇਹ ਕੰਮ ਨਾ ਕਰੋ, ਕਿਉਂਕਿ ਹਰ ਇੱਕ ਦੀ ਬਾਡੀ ਦਾ ਸਟਰਕਚਰ ਵੱਖਰਾ, ਡਿਫਰੈਂਟ ਤਰੀਕੇ ਨਾਲ ਤੁਹਾਡੇ ਡਾਕਟਰ ਨੇ ਤੁਹਾਨੂੰ ਮੈਡੀਸਨ ਚੂਜ਼ ਕੀਤੀ ਹੈ। ਜਿਹੜੀ ਤੁਹਾਡੇ ਵਾਸਤੇ ਸੂਟੇਬਲ ਮੈਡੀਸਨ ਹੈ ਉਹੀ ਲਓ, ਪਰ ਨਾਲ ਇਹ ਕਰੋ ਕਿ ਜਦੋਂ ਮੈਡੀਸਨ ਲੈ ਕੇ ਉਹਦਾ ਰੈਕਟ ਰੱਖੋ, ਫਾਰਮਾਸਿਸਟ ਨਾਲ ਗੱਲਬਾਤ ਕਰੋ, ਫਾਰਮਾਸਿਸਟ ਤੋਂ ਇਨਫੋਰਮੇਸ਼ਨ ਲਓ, ਇਕੱਲੇ ਜਾ ਕੇ ਉੱਥੇ ਸਤਿ ਸ੍ਰੀ ਅਕਾਲ ਬੁਲਾ ਕੇ ਪੇਪਰ ਦੇ ਕੇ ਨਾ ਆ ਜਾਓ, ਕਿਉਂਕਿ ਉਹਦੇ ਨਾਲ ਵੀ ਪ੍ਰੋਬਲਮ ਹੁੰਦੀ ਹੈ ਕਿ ਜਿਹੜੀ ਐਕਸਪਲੇਨੇਸ਼ਨ ਹੈ ਉਹਨਾਂ ਨੂੰ ਵੀ ਕਰਨੀ ਚਾਹੀਦੀ ਹੈ। ਸਾਰਾ ਕੰਮ ਤੇ ਫੈਮਿਲੀ ਡਾਕਟਰ ਦਾ ਨਹੀਂ ਹੈਗਾ ਵੀ ਇਨਵੈਸਟੀਗੇਸ਼ਨ ਵੀ ਕਰੇ, ਡਾਇਗਨੋਸਿਸ ਵੀ ਕਰੇ, ਟ੍ਰੀਟਮੈਂਟ ਵੀ ਕਰੇ, ਘਰਦਿਆਂ ਨੂੰ ਵੀ ਫੋਨ ਕਰੇ, ਹਸਪੀਟਲ ਨੂੰ ਵੀ ਫੋਨ ਕਰੇ, ਸਮਝਾਏ, ਤੇ ਫਾਰਮਾਸਿਸਟ ਨਾਲ ਵੀ ਗੱਲਬਾਤ ਕਰੇ। ਇਹ ਤੁਹਾਡਾ ਵੀ ਨਾਲ ਆਪਣਾ ਫਰਜ਼ ਬਣਦਾ, ਕਿਉਂਕਿ ਜੇ ਤੁਸੀਂ ਨਾ ਕਰੋਗੇ ਤੇ ਗੱਲ ਨਹੀਂ ਬਣਨੀ। ਫਿਰ ਇਹਦੇ ਵਿੱਚੋਂ ਇੱਕ ਜਿਹੜਾ ਮੇਰੇ ਖਿਆਲ 'ਚ ਹੋਰ ਗੱਲ ਨੋਟ ਕਰਨੀ ਚਾਹੀਦੀ ਹੈ ਕਿ ਜਦੋਂ ਆਪਾਂ ਬਲੱਡ ਪ੍ਰੈਸ਼ਰ ਦੀ ਡਾਇਗਨੋਸਿਸ ਬਣ ਗਿਆ ਤੇ ਦੇਸੀ ਦਵਾਈਆਂ ਜਿਹੜੀਆਂ ਹਰਬਲ ਮੈਡੀਸਨਸ ਨੇ ਉਹਨਾਂ ਦੀ ਗੱਲ ਨਹੀਂ ਕਰਦਾ, ਉਹ ਤੇ ਸਾਰੇ ਹਰ ਤਰ੍ਹਾਂ ਦੀਆਂ ਟੀਜ਼ ਅਵੇਲੇਬਲ ਨੇ, ਲੋਕੀ ਬਹੁਤ ਟਰਾਈ ਕਰਦੇ ਨੇ, ਉਹਦਾ ਕੋਈ ਨੁਕਸਾਨ ਨਹੀਂ ਹੈਗਾ। ਪਰ ਜਿਹੜੀਆਂ ਹੋਰ ਜਿਹੜੀ ਮੈਡੀਸਨ ਕੋਈ ਧਾਤਾਂ ਨਾਲ ਬਣੀ ਹੈ ਜਾਂ ਜਿਹਨੇ ਤੁਸੀਂ ਪੜ੍ਹ ਨਹੀਂ ਸਕਦੇ, ਜਿਹਦੇ ਤੇ ਨਾਂ ਨਹੀਂ ਹੈਗਾ ਮੈਡੀਸਨ ਦੇ ਵਿੱਚ, ਉਹਨੂੰ ਕਿਉਂ ਲੈਂਦੇ ਹੋ? ਕਈ ਵਾਰੀ ਲੈ ਕੇ ਆਉਣਗੇ ਨਾਲ ਵੀ ਮੈਂ ਇਹ ਮੈਡੀਸਨ ਸ਼ੁਰੂ ਕਰ ਲਈ ਹੈ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ। ਮੈਂ ਇਹ ਵੀ ਸੁਣਿਆ ਵੀ ਕਈ ਵਾਰੀ ਪਿਛਲੇ ਹਫ਼ਤੇ ਵੀ ਮੈਂ ਦੱਸਿਆ ਜੀ, ਕਹਿਣਗੇ ਅਫੀਮਾਂ ਖਾਂਦਾ ਸੀ, ਮੈਨੂੰ ਬਲੱਡ ਪ੍ਰੈਸ਼ਰ ਦੀ ਕੋਈ ਪ੍ਰੋਬਲਮ ਨਹੀਂ। ਬੜੀ ਅਜੀਬ ਜੀ ਗੱਲ ਹੈ ਵੀ ਕੋਡੀਨ ਤੁਸੀਂ ਪਿਓਰੀਫਾਈਡ ਫਾਰਮ 'ਚ ਅਸੀਂ ਅਫੀਮ ਖਾ ਰਹੇ ਹੋ ਤੇ ਫਿਰ ਤੁਸੀਂ ਕਹਿੰਦੇ ਮੈਨੂੰ ਪ੍ਰੋਬਲਮ ਕੋਈ ਨਹੀਂ। ਸੋ ਉਹਦੇ ਪੁੱਛੋ ਵੀ ਜਿਹੜੇ ਤੁਹਾਨੂੰ ਡੀਲ ਕਰਦੇ ਨੇ ਤੁਹਾਡੇ ਨਾਲ, ਤੁਹਾਨੂੰ ਪ੍ਰੋਬਲਮ ਹੈ ਕਿ ਨਹੀਂ ਹੈ। ਸੋ ਜਿਹੜਾ ਓਵਰਆਲ ਬਲੱਡ ਪ੍ਰੈਸ਼ਰ ਦੀ ਜਿਹੜੀ ਗੱਲ ਹੈ ਵੀ ਆਪਣਾ ਡਾਇਗਨੋਸਿਸ ਕਰਾਓ, ਆਪਣੇ ਸਾਰੇ ਟੈਸਟ ਕਰਾਓ, ਫੋਲੋ ਕਰੋ, ਮੈਡੀਸਨ ਲਓ, ਤੇ ਆਪਣਾ ਆਈਜ਼ ਚੈੱਕ ਕਰਾਓ ਐਵਰੀ 6 ਮੰਥ। ਤੋਂ BC ਵਿੱਚ ਜਿਹੜਾ ਆਈ ਚੈੱਕਅਪ ਹੈ ਉਹ ਕਵਰਡ। ਡਾਕਟਰ ਸਾਹਿਬ ਕਹਿੰਦੇ ਹੁੰਦੇ ਨੀਮ ਹਕੀਮ ਖਤਰਾ ਜਾਨ, ਸੋ ਉਹ ਨੀਮ ਹਕੀਮ ਤੋਂ ਸਾਨੂੰ ਬਚਣਾ ਚਾਹੀਦਾ ਆ। ਪਰ ਹੁਣ ਨਾਲ ਜਿਵੇਂ ਤੁਸੀਂ ਕਿਹਾ ਕਿ ਹੋਰ ਬਹੁਤ ਸਾਰੇ ਇਲਾਜ ਹੋ ਸਕਦੇ, ਕਈ ਲੋਕ ਕਹਿੰਦੇ ਆ ਕਿ ਕਿਚਨ 'ਚ ਇਲਾਜ ਹੈਗੇ ਨੇ। ਕੋਈ ਕਹਿ ਦਿੰਦਾ ਕਿ ਦੁੱਧ ਦੇ ਵਿੱਚ ਥੋੜਾ ਪਾਣੀ ਪਾ ਕੇ ਉਹ ਪੀ ਲਓ, ਤੁਹਾਡਾ ਹਾਈ ਬਲੱਡ ਪ੍ਰੈਸ਼ਰ ਠੀਕ ਹੋ ਜਾਊਗਾ। ਇਹ ਟੈਂਪਰੇਰੀਲੀ ਚੀਜ਼ਾਂ ਨੇ, ਇਹ ਕਿੰਨਾ ਕੁ ਅਸਰ ਪਾਉਂਦੀਆਂ ਨੇ? ਦੇਖੋ ਇਹ ਤਾਂ ਗੱਲਾਂ ਦਾ ਕੋਈ ਮਤਲਬ ਨਹੀਂ ਹੈਗਾ, ਇਹ ਤਾਂ ਆਪਣੀਆਂ ਕਹਾਣੀਆਂ ਬਣਾਈਆਂ ਨੇ ਵੀ ਦੁੱਧ 'ਚ ਪਾਣੀ ਪਾ ਲਓ ਤੇ ਬਲੱਡ ਪ੍ਰੈਸ਼ਰ ਠੀਕ ਹੋਣਾ। ਬਿਲਕੁਲ, ਸਾਲਟ ਘੱਟ ਖਾ ਲਓ। ਸਾਲਟ ਘੱਟ ਖਾਣ ਦਾ ਉਹਦੇ ਵਾਸਤੇ ਸਪੈਸ਼ਲ ਇੱਕ ਡਾਈਟ ਹੈ, ਉਹ ਆਪਾਂ ਅਗਲੇ ਪ੍ਰੋਗਰਾਮ 'ਚ ਡਿਸਕਸ ਕਰਨੀ ਹੈ ਵੀ ਐਕਚੁਅਲੀ ਕਿਹੜੀ ਡਾਈਟ ਸਾਨੂੰ ਫੋਲੋ ਕਰਨੀ ਚਾਹੀਦੀ ਹੈ, ਕਿੰਨਾ ਸੋਡੀਅਮ ਐਡ ਕਰਨਾ ਚਾਹੀਦਾ, ਕਿਸ ਤਰ੍ਹਾਂ ਨਮਕ ਕਿੰਨਾ ਚਾਹੀਦਾ ਸਾਡੀ ਡਾਈਟ ਦੇ ਵਿੱਚ, ਕਿਹੜੇ ਫੂਡ ਖਾਣੇ ਚਾਹੀਦੇ ਨੇ। ਹੁਣ ਇੱਕ ਪ੍ਰੋਗਰਾਮ ਵਿੱਚ ਨਹੀਂ ਹੈਂਡਲ ਹੋਣਾ ਮੇਰੇ ਕੋਲ, ਅਗਲੇ ਹਫਤੇ ਗੱਲ ਕਰਾਂਗੇ। ਪਰ ਜਿਹੜਾ ਇਸ ਤਰ੍ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨੀ ਗੱਲ ਕਰਨੀ ਹੈ ਬਲੱਡ ਪ੍ਰੈਸ਼ਰ ਕੀ ਹੁੰਦਾ, ਕਿੱਥੋਂ ਕਿਹੜਾ ਇਹਦਾ ਤੁਸੀਂ
ਇਹਦਾ ਡਾਇਗਨੋਸਿਸ ਕਿਸ ਤਰ੍ਹਾਂ ਕਰਾਉਣਾ ਤੇ ਫਿਰ ਇੱਕ ਮੈਂ ਜੇ ਟਾਈਮ ਹੈਗਾ ਤੇ ਉਹ ਮੈਂ ਐਕਸਪਲੇਨ ਕਿੰਨਾ ਕੁ ਟਾਈਮ ਆਪਣੇ ਬਿਲਕੁਲ ਆਪਣੇ ਕੋਲ 5 ਮਿੰਟ ਹੈਗੇ, ਤੁਸੀਂ ਐਕਸਪਲੇਨ ਕਰ ਉਹ ਸਕਦੇ ਮੈਂ ਕਰ ਸਕਦਾ ਵੀ ਜਿਹੜਾ ਬਲੱਡ ਪ੍ਰੈਸ਼ਰ ਜਿਹੜਾ ਮੇਜਰ ਕਰਨ ਦਾ ਮਿਲਣ ਵਾਸਤੇ ਉਹਦੇ ਬਾਰੇ ਮੈਂ ਗੱਲ ਕਰਨੀ ਹੈ। ਬਿਲਕੁਲ ਉਹਦੇ ਵਿੱਚੋਂ ਤੁਸੀਂ ਆਪਾਂ ਕਿਸੇ ਵੀ ਚਲੇ ਜਾਓ ਕਿਸੇ ਵੀ ਫਾਰਮੇਸੀ ਵਿੱਚ, ਬਾਹਰ ਮਸ਼ੀਨ ਲੱਗੀ ਆ, ਜਾ ਕੇ ਆਪਣਾ ਬਾਂਹ ਵਿੱਚ ਪਾ ਦਿੰਦੇ ਆ, ਫਿਰ ਉਹਨਾਂ ਨੇ ਕਹਿਣਾ ਵੀ ਮੇਰਾ ਬਲੱਡ ਪ੍ਰੈਸ਼ਰ ਜੀ ਵੱਧ ਗਿਆ ਜੀ, ਘਟ ਗਿਆ ਜੀ। ਪਹਿਲਾਂ ਤੇ ਦੇਖੋ ਵੀ ਜਿਹੜਾ ਕਫ ਹੈ, ਜਿਹੜਾ ਵੀ ਉਹ ਸੌਫਟ ਕਫ ਹੈ ਉਹੀ ਇੰਪੋਰਟੈਂਟ ਹੈ, ਜਿਹਦੇ ਵਿੱਚ ਸਟ੍ਰੋਕ ਐਂਡ ਫਾਊਂਡੇਸ਼ਨ ਦਾ ਮੋਹਰ ਲੱਗੀ ਹੈ ਉਹ ਇੰਪੋਰਟੈਂਟ ਹੈ, ਉਹੀ ਲਾਓ। ਜਿਹੜਾ ਇਲੈਕਟ੍ਰੋਨਿਕ ਨੇ ਜਿਹੜੇ ਉਹ ਵੀ ਬਹੁਤ ਅੱਛੇ ਨੇ, ਉਹ ਤੁਸੀਂ ਲਿਆ ਕੇ ਪਹਿਲੀ ਗੱਲ ਤੇ ਵੀ ਖਰੀਦਣ ਤੋਂ ਪਹਿਲਾਂ ਚੰਗਾ ਇੰਸਟਰੂਮੈਂਟ ਖਰੀਦੋ। ਉਹਦੇ ਵਿੱਚੋਂ ਜੇ $20 ਬਚਾਉਣ ਦੀ ਖਾਤਰ ਗੜਬੜ ਨਾ ਕਰੋ। ਬਾਕੀ ਹੈਗਾ ਵੀ ਜਦੋਂ ਵੀ ਤੁਸੀਂ ਘਰ ਲਿਆ ਕੇ ਆਪਣੇ ਇੰਸਟਰੂਮੈਂਟ, ਜਿਸ ਤਰ੍ਹਾਂ ਹੁਣ ਮੈਂ ਇੱਥੇ ਬੈਠਾ, ਤੁਸੀਂ ਇਸ ਤਰ੍ਹਾਂ ਕਰਨਾ ਵੀ ਜਿਹੜਾ ਚੇਅਰ 'ਤੇ ਬਹਿ ਕੇ ਬੜਾ ਤੁਹਾਡੇ ਜਿਹੜੀਆਂ ਨਾ ਰਿਲੈਕਸ ਹੋ ਕੇ, ਉਸ ਤੋਂ ਪਹਿਲਾਂ ਕੋਈ ਚਾਹ ਨਹੀਂ ਪੀਣੀ, ਕੋਈ ਕਾਫੀ ਨਹੀਂ ਪੀਣੀ, ਕੋਈ ਲੜਾਈ ਨਹੀਂ ਕਰਨੀ ਘਰ, ਕੋਈ ਦੌੜ ਭੱਜ ਨਹੀਂ ਕਰਨੀ, ਤੇ ਰਿਲੈਕਸ ਹੋ ਕੇ ਬਹਿ ਕੇ ਆਪਣਾ ਜਿਹੜਾ ਜਿਹੜਾ ਇੰਸਟਰੂਮੈਂਟ ਹੈ ਉਹ ਤੁਸੀਂ ਜਿਹੜੀ ਤੁਹਾਡੀ ਡੋਮੀਨੈਂਟ ਆਰਮ ਹੈ, ਸਪੋਜ਼ ਵੀ ਰਾਈਟ ਤੁਸੀਂ ਯੂਜ਼ ਕਰਦੇ, ਲੈਫਟ 'ਤੇ ਤੁਸੀਂ ਉਹਨੂੰ ਕਫ ਨੂੰ ਪਾਉਣਾ, ਤੇ ਕਫ ਨੂੰ ਵੀ ਸਮਝ ਲਓ ਵੀ 2 ਇੰਚ ਤੁਹਾਡੇ ਇੱਥੋਂ ਚਾਹੀਦਾ, ਤੁਹਾਡੇ ਐਲਬੋ ਤੋਂ। ਫਿਰ ਉਹਨੂੰ ਤੁਹਾਨੂੰ ਆਪਣੀ ਬਾਂਹ ਜਿਹੜੀ ਹੈ ਨਾ ਬਾਜੂ ਤੁਹਾਨੂੰ ਐਕਸਟੈਂਡ ਕਰਨੀ ਪੈਣੀ ਹੈ, ਰਿਲੈਕਸ ਹੋਣਾ ਪੈਣਾ। ਕਫ ਚਾਹੀਦੀ ਹੈ ਤੁਹਾਡੇ ਹਾਰਟ ਦਾ ਉੱਪਰ, ਤੇ ਜਿਹੜੀਆਂ ਤੁਹਾਡੀਆਂ ਲੈਗਸ ਨੇ ਉਹ ਕ੍ਰਾਸ ਨਾ ਹੋਣ, ਤੇ ਜਿਹੜੇ ਤੁਹਾਡੇ ਪੈਰ ਨੇ ਉਹ ਫਲੈਟ ਜਿਹੜੇ ਥੱਲੇ ਰੱਖੇ ਹੋਣ। ਤੇ ਇਹਦੇ ਵਾਸਤੇ ਉਸ ਸਮੇਂ ਵਿੱਚ ਤੁਸੀਂ ਰੀਡਿੰਗ ਇਹਦੀ ਕਰਨੀ ਹੈ, ਤੇ 3 ਕਰਨੀਆਂ ਰੀਡਿੰਗਾਂ ਘੱਟ ਤੋਂ ਘੱਟ 1 ਮਿੰਟ ਅਪਾਰਟ। ਇਹ ਨਹੀਂ ਵੀ ਫਟਾਫਟ ਕਰ ਲਈ ਮੇਰਾ ਬਲੱਡ ਪ੍ਰੈਸ਼ਰ ਵੱਧ ਗਿਆ। ਜੇ ਕਿਸੇ ਨੂੰ ਤੁਸੀਂ ਕਈ ਵਾਰੀ ਆਪਾਂ ਸਿੰਪਥੀ ਭਾਲਦੇ ਉਹਦੇ ਵਿੱਚ ਪ੍ਰੋਬਲਮ ਕ੍ਰੀਏਟ ਕਰ ਲੈਂਦੇ ਆ। 1 ਮਿੰਟ ਤੁਸੀਂ ਬਲੱਡ ਪ੍ਰੈਸ਼ਰ ਇੱਕ ਰੀਡਿੰਗ ਲੈ ਕੇ ਫਿਰ 1 ਮਿੰਟ ਵੇਟ ਕਰਕੇ ਫਿਰ ਲਓ, ਫਿਰ 3 ਰੀਡਿੰਗ ਲੈ ਕੇ ਉਹਨੂੰ ਲਿਖੋ। ਉਹਦੇ ਨਾਲ ਤੁਹਾਨੂੰ ਜਿਹੜਾ ਨਾ ਕਾਫੀ ਪਤਾ ਲੱਗੇਗਾ। ਫਿਰ ਟਾਈਮ ਕਿਹੜਾ ਹੈਗਾ ਉਹਦੇ ਵਾਸਤੇ ਬੈਸਟ ਟਾਈਮ ਹੁੰਦਾ ਇੱਕ ਵਾਰੀ ਜਾਂ ਸਵੇਰੇ ਤੇ ਸ਼ਾਮ ਨੂੰ। ਸਵੇਰੇ ਤੁਸੀਂ ਉੱਠਣਾ, ਆਪਣਾ ਚਾਹ ਵਗੈਰਾ ਪੀ ਕੇ ਆਪਣਾ ਆਰਾਮ ਨਾਲ ਬਹਿ ਕੇ ਆਪਣਾ ਜੋ ਵੀ ਤੁਸੀਂ ਸਵੇਰੇ ਕੰਮ ਕਰਦੇ ਹੋ, ਆਪਣਾ ਜੋ ਵੀ ਕੋਈ ਪਾਠ ਕਰਦਾ ਜਾਂ ਕੁਝ ਵੀ ਜੋ ਵੀ ਕਿਸੇ ਨੇ ਫਰੈਸ਼ਨ ਅਪ ਹੋ ਕੇ ਤੇ ਇਹਨੂੰ ਟੈਸਟ ਕਰੋ, ਤੇ ਟੈਸਟ ਕਰਕੇ ਤੇ ਫਿਰ ਆਪਣੀ ਰੀਡਿੰਗ ਬਣਾ ਕੇ ਆਪਣੇ ਡਾਕਟਰ ਕੋਲ ਜਾਓ, ਉਹਨਾਂ ਨੂੰ ਰੀਡਿੰਗ ਦੱਸੋ। 3-4 ਹਫ਼ਤਿਆਂ ਦੀ ਰੀਡਿੰਗ ਕਰਨੀ ਚਾਹੀਦੀ ਹੈ। ਤੇ ਬਿਫੋਰ ਇਸ ਤੋਂ ਪਹਿਲਾਂ ਕਿ ਤੁਸੀਂ ਉਹਨੂੰ ਪੈਨਿਕ ਵਿੱਚ ਜਾਓ ਤੇ ਮੈਡੀਸਨ ਲੈਣੀ ਹੈ। ਫਿਰ ਤੁਸੀਂ ਜਿਹੜੀ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਮੈਡੀਸਨ ਡਾਕਟਰ ਨੇ ਐਕਸਪਲੇਨ ਕੀਤੀ ਹੈ, ਜਿਸ ਟਾਈਮ ਤੇ ਕੀਤੀ ਹੈ ਉਸ ਟਾਈਮ ਤੇ ਹੀ ਲੈਣੀ। ਕਿਉਂਕਿ ਉਹ ਆਪਾਂ ਕਈ ਵਾਰੀ ਉਹ 'ਚ ਕਰ ਜਾਂਦੇ ਹਾਂ ਗੜਬੜ, ਵੀ ਮੈਂ ਬਾਹਰ ਚਲਾ ਗਿਆ, ਮੈਨੂੰ ਯਾਦ ਨਹੀਂ ਰਿਹਾ। ਤੇ ਪਰ ਨਾਲ ਰੱਖੋ, ਜੇ ਬਾਕੀ ਗੱਲਾਂ ਯਾਦ ਨੇ ਤੇ ਇਹ ਵੀ ਰਹਿਣੀ ਚਾਹੀਦੀ। ਸੋ ਜਿਹੜਾ ਬਲੱਡ ਪ੍ਰੈਸ਼ਰ ਦਾ ਇੰਸਟਰੂਮੈਂਟ ਹੈ ਨਾ, ਉਹਦਾ ਖਰੀਦਣਾ, ਉਹਦਾ ਚੰਗਾ ਇੰਸਟਰੂਮੈਂਟ ਲੈਣਾ, ਉਹਦਾ ਟੈਸਟ ਕਰਨ ਦਾ ਜਿਹੜਾ ਤਰੀਕਾ ਜਿਸ ਤਰ੍ਹਾਂ ਮੈਂ ਦੱਸਿਆ, ਉਸੇ ਤਰੀਕੇ ਨਾਲ ਜੇ ਕਿਸੇ ਨੂੰ ਕੋਈ ਫਿਰ ਇਹਨੂੰ ਵਾਚ ਕਰਨਾ ਤੇ ਤੁਸੀਂ ਜਿਸ ਤਰ੍ਹਾਂ ਸਟ੍ਰੋਕ ਐਂਡ ਹਾਰਟ ਫਾਊਂਡੇਸ਼ਨ ਜਾਂ ਹਾਈਪਰਟੈਂਸ਼ਨ ਕੈਨੇਡਾ ਜਾਂ ਗਵਰਨਮੈਂਟ ਆਫ BC ਦੀ ਸਾਈਟ, WHO ਦੀ ਸਾਈਟ, ਆਪਣੀਆਂ ਕਿੰਨੀਆਂ ਹੀ ਪੰਜਾਬੀ ਸਾਈਟਸ ਨੇ ਜਿੱਥੇ ਤੁਹਾਨੂੰ ਬਲੱਡ ਪ੍ਰੈਸ਼ਰ ਬਾਰੇ ਐਕਸਪਲੇਨ ਕਰਦੇ ਨੇ, ਕਿਸ ਤਰ੍ਹਾਂ ਚੈੱਕ ਕਰਨਾ, ਉਹ ਸਾਰੀਆਂ ਵਾਚ ਕਰ ਲਓ। ਉਹਦੇ ਤੋਂ ਤੁਹਾਨੂੰ ਨੌਲੇਜ ਮਿਲੇਗਾ। ਕਿਉਂਕਿ ਜਿਹੜੀਆਂ ਬਲੱਡ ਪ੍ਰੈਸ਼ਰ ਵਾਲਾ ਜਿਹੜਾ ਮਰੀਜ਼ ਹੈ ਉਹਦਾ ਇਲਾਜ ਦੇ ਨਾਲ ਨਾਲ ਜਿਹੜਾ ਉਹਦਾ ਕੰਟੀਨਿਊਸਲੀ ਮੋਨੀਟਰ ਕਰਨਾ, ਤੇ ਮੋਨੀਟਰ ਇਹ ਕਰਨਾ ਵੀ ਉਹਦੇ ਦਿਮਾਗ ਦੇ ਵਿੱਚ ਕੋਈ ਗਲਤਫਹਿਮੀ ਨਾ ਹੋਏ, ਕੋਈ ਭੁਲੇਖਾ ਨਾ ਰਹਿ ਜੇ। ਸੋ ਇਸ ਚੀਜ਼ ਨੂੰ ਤੁਹਾਨੂੰ ਇਹ ਜਿਹੜਾ ਨਾ ਇਹ ਬਲੱਡ ਪ੍ਰੈਸ਼ਰ ਮੇਜਰ ਦਾ ਕਰਨਾ ਜ਼ਰੂਰੀ ਹੈ। ਬਾਕੀ ਤੁਸੀਂ ਦੇਖਿਆ ਹੋਣਾ ਵੀ ਕੈਂਪ ਬੜੇ ਲੱਖ ਲੱਗਦੇ ਨੇ ਅੱਜ ਕੱਲ੍ਹ। ਹੁਣ 2 ਸਾਲਾਂ ਵਿੱਚ ਤੇ ਬੰਦ ਸੀ, ਉਸ ਤੋਂ ਪਹਿਲਾਂ ਇੱਕ ਤਰ੍ਹਾਂ ਦਾ ਨਾ ਕੰਪੀਟੀਸ਼ਨ ਜਿਹਾ ਬਣ ਗਿਆ ਸੀ ਵੀ ਇੱਕ ਨੇ ਲਾਇਆ, ਦੂਜੇ ਨੇ ਲਾਤਾ, ਤੀਜੇ ਨੇ ਲਾਤਾ। ਉਹਨਾਂ ਨੇ ਕਹਿਣਾ ਵੀ ਤੁਸੀਂ ਆਪਣਾ ਜੀ ਬਲੱਡ ਪ੍ਰੈਸ਼ਰ ਨਹੀਂ ਚੈੱਕ ਕੀਤਾ, ਤੇ ਇਹ ਵੇਖੋ ਵੀ ਐਡੀ ਲੰਬੀ ਲਾਈਨ ਲੱਗੀ ਅੱਧੇ ਕਿਲੋਮੀਟਰ ਦੀ, ਤੇ ਉਹ ਬੰਦੇ ਤੋਂ ਪਹਿਲਾਂ ਥੱਕਿਆ, ਉਹਦਾ ਬਲੱਡ ਪ੍ਰੈਸ਼ਰ ਤਾਂ ਨਹੀਂ ਠੀਕ ਹੋਣਾ। ਤੁਸੀਂ ਉਸ ਇਨਸਾਨ ਨੂੰ ਕਹਿ ਰਹੇ ਹੋ ਵੀ ਤੇਰਾ ਬਲੱਡ ਪ੍ਰੈਸ਼ਰ ਠੀਕ ਨਹੀਂ, ਉਹਦਾ ਫਿਰ ਵੱਧ ਜਾਣਾ। ਸੋ ਤੁਹਾਨੂੰ ਜਿਹੜਾ ਨਾ ਉਸ ਤੋਂ ਪਹਿਲਾਂ ਰਿਲੈਕਸ ਹੋਣਾ ਬੜਾ ਜ਼ਰੂਰੀ ਹੈ, ਆਪਣੀ ਰੈਸਟ ਹੋਣੀ ਬੜੀ ਜ਼ਰੂਰੀ ਹੈ। 6 ਤੋਂ 8 ਘੰਟੇ ਰਾਤ ਨੂੰ ਤੁਸੀਂ ਆਪਣੇ ਆਰਾਮ ਨਾਲ ਸੁੱਤੇ ਹੋ। ਇਹ ਨਾ ਵੀ ਰਾਤ ਨੂੰ ਅੱਧਾ ਘੜਾ ਸ਼ਰਾਬ ਦਾ ਪੀਤਾ ਤੇ ਸਵੇਰੇ ਤੁਸੀਂ ਕਹੋ ਵੀ ਮੇਰਾ ਬਲੱਡ ਪ੍ਰੈਸ਼ਰ ਠੀਕ ਨਹੀਂ, ਉਹਦੇ ਨਾਲ ਗੱਲ ਨਹੀਂ ਜੋ ਬਣਨੀ। ਸੋ ਇਹ ਜਿਹੜੀਆਂ ਗੱਲਾਂ ਨੇ ਨਾ, ਹੋ ਸਕਦਾ ਵੀ ਕਈ ਵਾਰੀ ਤਿੱਖੀਆਂ ਨੇ, ਪਰ ਐਕਚੁਅਲੀ ਪ੍ਰੋਬਲਮ ਤੇ ਇਹੋ ਹੀ ਹੈ ਵੀ ਅਸੀਂ ਬਸ ਹੈਲੋ ਸਤਿ ਸ੍ਰੀ ਅਕਾਲ ਠੀਕ ਦੇ ਵਿੱਚ ਹੀ ਮੈਡੀਸਨ ਨੂੰ ਚੱਕਰਾਂ 'ਚ ਪਾ ਦਿੰਦੇ ਹਾਂ। ਪਰ ਜਿੰਨੀ ਦੇਰ ਤੱਕ ਤੁਸੀਂ ਉਹਨੂੰ ਮੈਨੇਜ ਨਹੀਂ ਕੀਤਾ, ਆਪਣਾ ਤੁਹਾਡਾ ਹਾਰਟ ਹੈ, ਜਿੰਨੀ ਇਹਦਾ ਤੁਹਾਡਾ ਬਲੱਡ ਪ੍ਰੈਸ਼ਰ ਹੈ, ਬਾਡੀ ਦੇ ਫੰਕਸ਼ਨ ਲਈ ਇੰਪੋਰਟੈਂਟ ਹੈ, ਤੁਹਾਡੇ ਆਰਗਨਸ ਲਈ ਇੰਪੋਰਟੈਂਟ ਹੈ, ਇਹਨੂੰ ਮੇਨਟੇਨ ਕਰਨਾ ਇੰਪੋਰਟੈਂਟ ਹੈ। ਇਹ ਬਾਡੀ ਤੁਹਾਡੀ ਦੀ ਸਟਰੈਂਥ ਹੈ, ਮੇਨ ਤੁਹਾਡੀ ਬਾਡੀ ਦਾ ਬਲੱਡ ਫਲੋ ਹੈ, ਤੇ ਇਹਦੇ ਵਾਸਤੇ ਤੇ ਤੁਹਾਨੂੰ ਕੋਈ
ਕਿੰਤੂ ਪਰੰਤੂ ਨਹੀਂ ਕਰਨਾ ਨਹੀਂ ਕਰਨਾ ਚਾਹੀਦਾ ਬਿਲਕੁਲ ਕਿ ਡਾਕਟਰ ਸਾਹਿਬ ਇਹ ਨਿੱਕੀਆਂ ਗੱਲਾਂ ਨੇ ਪਰ ਇਹਨਾਂ ਦਾ ਇੰਪੈਕਟ ਜਿਹੜਾ ਉਹ ਵੱਡਾ ਹੋ ਸਕਦਾ ਹੈ ਸੋ ਸ਼ੁਰੂ ਤੋਂ ਹੀ ਜੇ ਮੋਨੀਟਰ ਕਰਨਾ ਸ਼ੁਰੂ ਕਰ ਦਾਂਗੇ ਤਾਂ ਅੱਗੇ ਜਾ ਕੇ ਮੈਨੂੰ ਲੱਗਦਾ ਜ਼ਿਆਦਾ ਪ੍ਰੋਬਲਮ ਨਹੀਂ ਆਊਗੀ ਅਗਲੇ ਹਫਤੇ ਫਿਰ ਤੋਂ ਗੱਲਬਾਤ ਕਰਾਂਗੇ ਇਸ ਦੇ ਬਾਰੇ ਹੀ ਅੱਗੇ ਹੋਰ ਕੀ ਹੋ ਸਕਦਾ ਹੈ ਕਿਸ ਤਰ੍ਹਾਂ ਦੇ ਨਾਲ ਡੀਲ ਕੀਤਾ ਜਾ ਸਕਦਾ ਹੈ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਡਾਕਟਰ ਜੀ ਦੇ ਨਾਲ ਅੱਜ ਗੱਲਬਾਤ ਹੋਈ ਹੈ ਹਾਈਪਰਟੈਂਸ਼ਨ ਦੇ ਬਾਰੇ ਗੱਲ ਕੀਤੀ ਹੈ ਸਾਨੂੰ ਆਪਣੀ ਸਿਹਤ ਦਾ ਸਭ ਤੋਂ ਪਹਿਲਾਂ ਧਿਆਨ ਰੱਖਣਾ ਚਾਹੀਦਾ ਜਿਸ ਤਰ੍ਹਾਂ ਡਾਕਟਰ ਜੀ ਨੇ ਦੱਸਿਆ ਕਿ ਬੇਸਿਕ ਗੱਲਾਂ ਨੇ ਪਰ ਬੇਸਿਕ ਗੱਲਾਂ ਤੁਹਾਡੀ ਲਾਈਫ ਦੇ ਉੱਤੇ ਵੱਡਾ ਇੰਪੈਕਟ ਪਾ ਸਕਦੀਆਂ ਨੇ ਹਾਈਪਰਟੈਂਸ਼ਨ ਦੇ ਬਾਰੇ ਅੱਜ ਬੇਸਿਕ ਗੱਲਬਾਤ ਕੀਤੀ ਹੈ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਹੋਰ ਰਹਿੰਦੀ ਗੱਲਬਾਤ ਜ਼ਰੂਰ ਕਰਾਂਗੇ ਇਸੇ ਤਰ੍ਹਾਂ ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ